हाँ जी, नमस्कार, सत श्री अकाल। वंस ए मंथ मिलते हैं इन्फॉर्मेशन टीवी चैनल फिलाडेल्फिया ਦੇ ਵਿੱਚ ਤੇ ਅੱਜ ਦਾ ਸਬਜੈਕਟ ਸੀ ਡੋਮੈਸਟਿਕ ਵਾਇਲੈਂਸ। ਇਹਦੇ ਕਾਜ਼ਸ ਕੀ ਆ, ਕਿਉਂ ਹੋ ਜਾਂਦਾ ਹੈ, ਇਹ ਤੋਂ ਕਿਵੇਂ ਬਚਾਅ ਕਰਨਾ ਹੈ, ਇਹਦੇ ਵਾਸਤੇ ਅਵੇਅਰਨੈਸ ਪੈਦਾ ਕਰਨੀ ਹੈ। ਸਾਡਾ ਮਕਸਦ ਇਹੀ ਹੈ ਕਿ ਕੋਈ ਇਹਦਾ ਵਿਕਟਮ ਸ਼ਿਕਾਰ ਨਾ ਬਣੇ, ਤਾਂ ਕਿ ਸਾਰੇ ਆਪਣਾ ਖਿਆਲ ਰੱਖ ਸਕਣ ਤੇ ਆਪਦਾ ਹੈਲਥੀ ਲਾਈਫ ਜਿਉਣ। ਤੇ ਅੱਜ ਸਾਡੇ ਨਾਲ ਜੁਆਇਨ ਕੀਤਾ ਪ੍ਰੋਫੈਸਰ ਰਵੀ, ਜਿਹੜੇ ਕਿ ਮੋਗੇ ਤੋਂ ਪ੍ਰੋਫੈਸਰ ਹੈ, ਤੇ ਡਾਕਟਰ ਮਿਸਿਸ ਕੋਛੜ ਉਹ ਜੁਆਇਨ ਕਰ ਰਹੇ ਆ। ਉਹ ਆਪਣੇ ਨਾਲ ਗੱਲਾਂ ਕਰਨਗੇ। ਤੇ ਜਿਮ ਭਾਜੀ, ਜਿਮ ਬੋਲਾ, ਇਹ ਆਪਣੇ ਸਾਡੇ ਕੋਲ 3 ਐਕਸਪਰਟ ਹੈ, ਤਿੰਨਾਂ ਨਾਲ ਆਪਾਂ ਗੱਲਾਂ ਕਰਾਂਗੇ। ਤੇ ਆਪਾਂ ਸ਼ੁਰੂ ਕਰਦੇ ਹਾਂ ਬਈ, ਸਟਾਰਟਿੰਗ ਵਿਦ ਮੈਂ ਇੱਕ ਸਲਾਈਡ ਸ਼ੇਅਰ ਮੈਂ 2 ਮਿੰਟ ਦੀ ਲਾਊਂਗਾ। ਹਾਂਜੀ, ਹੁੰਦਾ ਕੀ ਹੈ ਡੋਮੈਸਟਿਕ ਵਾਇਲੈਂਸ? ਇਹਦੇ 'ਚ ਆ ਜਾਂਦਾ ਕਿ ਇਮੋਸ਼ਨਲੀ ਅਬਿਊਜ਼ ਕਰਨਾ, ਸਾਈਕੋਲੋਜੀਕਲ ਅਬਿਊਜ਼, ਫਾਈਨੈਂਸ਼ੀਅਲ ਔਰ ਫਿਜ਼ੀਕਲ ਅਬਿਊਜ਼। ਇਹ ਸਾਰੇ ਆ ਗਏ ਡੋਮੈਸਟਿਕ ਵਾਇਲੈਂਸ ਦੇ ਡਿਟੇਲਸ। ਇਮੋਸ਼ਨਲੀ ਹੋ ਗਿਆ ਤੂੰ ਬਈ insult you in front of family members, does not trust, tries to isolate ਕਰ ਦੇਣਾ ਟੋਟਲੀ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ, ਫਾਈਨੈਂਸ ਵਾਸਤੇ, ਪੈਸੇ ਧੇਲੇ ਵਾਸਤੇ ਟੋਟਲੀ ਡਿਪੈਂਡੈਂਟ ਕਰ ਲੈਣਾ, don't let them one of the family members take any decisions by themselves, refuse access to the share of the money। ਇਹ ਵੀ ਇੱਕ ਤਰ੍ਹਾਂ ਦਾ ਇਮੋਸ਼ਨਲ ਅਬਿਊਜ਼ ਦੇ ਵਿੱਚ ਆਉਂਦਾ ਹੈ। ਹਰ ਗੱਲ 'ਚ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕਰਨਾ, ਇਹ ਵੀ ਇੱਕ ਤਰ੍ਹਾਂ ਦਾ ਇਮੋਸ਼ਨਲੀ ਅਬਿਊਜ਼ ਆਉਂਦਾ। ਥ੍ਰੈਟਨਸ। ਸੋ ਇਹ ਦੂਜਾ ਆ ਗਿਆ ਸਾਈਕੋਲੋਜੀਕਲ ਅਬਿਊਜ਼। ਫੀਅਰ ਪੈਦਾ ਕਰਨਾ, ਤੁਸੀਂ ਕਿਸੇ ਦੇ ਵਨ ਆਫ ਦਾ ਫੈਮਿਲੀ ਮੈਂਬਰ ਨੂੰ ਫੀਅਰ ਥ੍ਰੈਟਨ ਕਰਨਾ। ਫਾਈਨੈਂਸ਼ੀਅਲੀ ਟੋਟਲੀ ਡਿਪੈਂਡੈਂਟ ਕਰ ਲੈਣਾ ਫਾਈਨੈਂਸ ਵਾਸਤੇ। ਫਿਜ਼ੀਕਲ ਅਬਿਊਜ਼ ਆ ਗਿਆ, ਟਰਾਈ ਟੂ ਹਰਟ, ਹਿਟਿੰਗ, ਕਿਕਿੰਗ, ਬਰਨਿੰਗ, ਮਤਲਬ ਕਿ ਇਹੋ ਜਿਹੇ ਹੋ ਗਏ ਵਾਇਲੈਂਸ ਦੇ। ਹੁਣ ਇਹ ਸਾਰੇ ਡੋਮੈਸਟਿਕ ਵਾਇਲੈਂਸ ਦੀ ਤਾਂ ਡੈਫੀਨੇਸ਼ਨ ਹੋ ਗਈ। ਹੁਣ ਇਹਦੇ ਤਾਂ ਆ ਗਿਆ ਵੀ ਆਪਾਂ ਕੰਟਰੋਲ, ਇਹਦੇ ਕਾਰਨ ਕੀ ਹੁੰਦੇ ਆ। ਸਿਰਫ ਸਮਰਾਈਜ਼ ਜਾਊਂਗਾ ਮੈਂ, ਕਿਉਂਕਿ ਸਾਡੇ ਨਾਲ ਐਕਸਪਰਟ ਆ ਰਹੇ ਅੱਗੇ। ਸੋ ਇਹਦੇ 'ਚ ਕਾਰਨ 'ਚ ਆ ਗਿਆ ਕਿ ਲਾਰਜੈਸਟ ਚੈਲੰਜ ਅਕੋਰਡਿੰਗ ਟੂ ਦਿਸ ਵੈਬਸਾਈਟ corelife.org 'ਚ ਹੈਗਾ ਕਿ is the silence। ਕਹਿੰਦੇ ਸਾਇਲੈਂਸ ਨਾ ਰਹੋ, denial and ignorance toward this issue। ਜੇ ਤੁਸੀਂ ਫੇਸ ਕਰਦੇ ਹੋ, ਅੱਗੇ ਆਓ, ਗੱਲਬਾਤ ਕਰੋ। ਇਹ ਜੇ ਹੋ ਰਿਹਾ ਡੋਮੈਸਟਿਕ ਵਾਇਲੈਂਸ, ਸਾਇਲੈਂਸ ਰਹਿਣਾ ਨਹੀਂ, ਬਹੁਤ ਟੋਟਲੀ ਰੋਂਗ ਹੈ। ਸੋ ਇਹਦੇ ਮੁਤਾਬਿਕ ਇਨਫੋਰਮੇਸ਼ਨ ਦਿੱਤੀ ਹੈ ਕਿ ਤੁਸੀਂ ਕੀ ਕਰ ਸਕਦੇ ਹੋ। ਸੈਮੀਨਾਰਸ ਇਨ ਦਾ ਗੁਰਦੁਆਰਾ ਔਰ ਡੋਮੈਸਟਿਕ ਵਾਇਲੈਂਸ information should be presented at religious cultural events to prevent the denial or domestic violence। ਸੋ ਇਹੋ ਜਿਹੀ ਗੱਲ ਦੱਸੀ, ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹੇ ਸੈਮੀਨਾਰ ਹੋਣੇ ਚਾਹੀਦੇ ਆ ਤਾਂ ਕਿ ਪਤਾ ਲੱਗ ਸਕੇ ਕੀ ਹੁੰਦਾ ਡੋਮੈਸਟਿਕ ਵਾਇਲੈਂਸ। ਤੇ ਹਾਂਜੀ, ਸਲਾਈਡ ਬੰਦ ਕਰਦੇ ਹਾਂ। ਆਈ ਗੋਣਾ ਸਟਾਪ ਦਿਸ ਸਕਰੀਨ ਸ਼ੇਅਰ। ਜਸਵੀਰ ਜੀ, ਮੈਂ ਗੱਲ ਕਰ ਰਿਹਾ ਸੀਗਾ ਕਿ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕਾਰਨ ਨੇ ਨਾ, ਉਹ ਪਹਿਲੀ ਗੱਲ ਆ ਕਿ 2 ਪਾਰਟਿਸਪੈਂਟਸ ਹੁੰਦੇ ਨੇ। ਇੱਕ ਬੰਦਾ ਜਿਹੜਾ ਵਾਇਲੈਂਸ ਕਰ ਰਿਹਾ, ਦੂਸਰਾ ਜਿਹੜਾ ਉਸ ਨੂੰ ਬਰਦਾਸ਼ਤ ਕਰ ਰਿਹਾ ਜਾਂ ਜਿਹਦੇ ਉੱਪਰ ਵਾਇਲੈਂਸ ਹੋ ਰਹੀ ਆ। ਤਾਂ ਇਹਦੇ ਵਿੱਚ ਜਿਹੜੇ ਕਾਜ਼ਸ ਨੇ, 2 ਹੀ ਕਾਜ਼ਸ ਹੁੰਦੇ ਨੇ ਮੋਟੇ ਤੌਰ ਤੇ ਉੱਤੇ, ਸੋਸ਼ਲ ਐਂਡ ਕਲਚਰਲ, ਦੂਸਰਾ ਇਕਨੋਮਿਕ ਕਾਜ਼ਸ। ਹੁਣ ਆਪਾਂ ਜਦੋਂ ਸੋਸ਼ਲ ਐਂਡ ਕਲਚਰਲ ਕਾਜ਼ਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੋਨੇ ਪਹਿਲੂਆਂ ਤੋਂ ਉਹਨੂੰ ਵਿਚਾਰ ਕਰਾਂਗੇ ਕਿ ਜਿਹੜਾ ਬੰਦਾ ਵਾਇਲੈਂਸ ਕਰ ਰਿਹਾ ਤਾਂ ਉਹਦੇ ਪਿੱਛੇ ਸਮਾਜਿਕ ਜਾਂ ਕਲਚਰਲ ਕਾਰਨ ਕਿਹੜੇ ਨੇ, ਤੇ ਜਿਹੜਾ ਬਰਦਾਸ਼ਤ ਕਰ ਰਿਹਾ ਉਹਦੇ ਪਿੱਛੇ ਸੋਸ਼ਲ ਜਿਹੜੇ ਕਾਜ਼ਸ ਕਿਹੜੇ ਨੇ। ਤਾਂ ਇਹਦਾ ਰੀਜ਼ਨ, ਜੇ ਅਸੀਂ ਏਸ਼ੀਅਨ ਕਮਿਊਨਿਟੀ ਦੀ ਗੱਲ ਕਰ ਰਹੇ ਹੋ, ਮੈਨੂੰ ਇਸ ਗੱਲ ਨੂੰ ਐਡਮਿਟ ਕਰਨ ਦੇ ਵਿੱਚ ਕੋਈ ਹੈਸੀਟੇਸ਼ਨ ਨਹੀਂ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਕੇਸਿਸ ਹੁੰਦੇ ਨੇ। ਅਸੀਂ ਜ਼ਿਆਦਾਤਰ ਜਿਹੜੀਆਂ ਵੀ ਕੋਈ ਗੱਲਾਂ ਹੁੰਦੀਆਂ ਸਾਡੀ ਕਮਿਊਨਿਟੀ ਦੇ ਵਿੱਚ ਜਾਂ ਸਾਡੀ ਕੰਟਰੀ ਦੇ ਵਿੱਚ, ਜਦੋਂ ਕੋਈ ਸਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤਾਂ ਅਸੀਂ ਇੱਕੋ ਗੱਲ ਕਹਿ ਦਿੰਦੇ ਤਾਂ ਜੀ ਵੈਸਟ ਦਾ ਪ੍ਰਭਾਵ ਆ, ਵੈਸਟਰਨ ਕਲਚਰ ਦਾ ਪ੍ਰਭਾਵ ਆ। ਪਰ ਅਸੀਂ ਇਹ ਕਦੇ ਨਹੀਂ ਸੋਚਿਆ ਕਿ ਵੈਸਟਰਨ ਕਲਚਰ ਦੇ ਵਿੱਚ ਤਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨਹੀਂ, ਤੇ ਵੈਸਟਰਨ ਕਲਚਰ ਦੇ ਪ੍ਰਭਾਵ ਥੱਲੇ ਡੋਮੈਸਟਿਕ ਵਾਇਲੈਂਸ ਨਾਲ ਜ਼ੁਲਮ ਨਹੀਂ ਹੁੰਦਾ ਜਿੰਨਾ ਸਾਡੇ ਵਿੱਚ ਹੁੰਦਾ ਹੈਗਾ। ਵੈਸਟਰਨ ਕੰਟਰੀਜ਼ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਨਵੈਂਸ਼ਨਸ ਹੋਈਆਂ ਨੇ, ਖੋਜਾਂ ਹੋਈਆਂ ਨੇ, ਤਾਂ ਅਸੀਂ ਉਹਨਾਂ ਤੋਂ ਕਿਉਂ ਨਹੀਂ ਸਿੱਖਿਆ? ਕਿ ਵੈਸਟਰਨ ਕੰਟਰੀਜ਼ ਤੋਂ ਮਤਲਬ ਵੈਸੇ ਗੱਲ ਕਰ ਰਿਹਾ, ਆਪਣੇ ਟੌਪਿਕ ਦਾ ਇਹ ਹਿੱਸਾ ਨਹੀਂ ਹੈ ਕਿ ਅਸੀਂ ਸਾਡੇ ਜਿਹੜੇ ਸੋਸ਼ਲ ਜਾਂ ਕਲਚਰਲ ਕਾਰਨ ਨੇ
ਉਹ ਸਭ ਤੋਂ ਪਹਿਲਾਂ ਰਿਸਪੌਂਸੀਬਲ ਨੇ। ਉਹਦੇ ਵਿੱਚ ਹੈ ਸਾਡੀ ਪਰਵਰਿਸ਼, ਕਿ ਸਾਡੇ ਸਮਾਜ ਵਿੱਚ ਇੱਕ ਮੇਲ ਪਰਸਨ ਦੀ ਪਰਵਰਿਸ਼ ਕਿੱਦਾਂ ਹੁੰਦੀ ਹੈ ਤੇ ਫੀਮੇਲ ਦੀ ਪਰਵਰਿਸ਼ ਕਿੱਦਾਂ ਹੁੰਦੀ ਆ। ਉਹੀ ਸਭ ਤੋਂ ਵੱਡਾ ਪਹਿਲੇ ਨੰਬਰ ਤੇ ਰੂਟ ਕਾਜ਼ ਹੈਗਾ, ਜਿਹਦੇ ਤੋਂ ਸਾਡੀ ਪਰਸਨੈਲਿਟੀ ਬਣਦੀ ਆ, ਜਿਹਦੇ ਤੋਂ ਅਸੀਂ ਜੋ ਬਾਅਦ ਵਿੱਚ ਰਿਐਕਟ ਕਰਦੇ ਹਾਂ। ਤਾਂ ਅੱਜ ਵੀ ਚਾਹੇ ਜਿੰਨਾ ਮਰਜ਼ੀ ਅਸੀਂ ਕਹਿ ਲਈਏ ਅਸੀਂ ਮਾਡਰਨ ਹੋ ਗਏ ਹਾਂ, ਪਰ ਸਾਡੀ ਪਰਵਰਿਸ਼ ਜਿਹੜੀ ਆ ਉਹ ਸੇਮ ਨਹੀਂ ਹੁੰਦੀ। ਲੜਕੀ ਦੀ ਪਰਵਰਿਸ਼ ਦਾ ਤਰੀਕਾ ਹੋਰ ਹੁੰਦਾ। ਕੁਝ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਥੋੜਾ ਬਹੁਤ ਡਿਫਰੈਂਸਸ ਨੇਚਰ ਨੇ ਰੱਖੇ ਨੇ, ਜਿਨ੍ਹਾਂ ਦੇ ਅਕੋਰਡਿੰਗ ਸਾਨੂੰ ਡਿਫਰੈਂਸਸ ਜਿਹੜੇ ਆ ਚੱਲਦੇ ਨੇ। ਪਰ ਫਿਰ ਵੀ ਜਿਹੜੀ ਜੋ ਰਾਈਟਸ, ਈਵਨ ਫੂਡ ਦੇ ਬਾਰੇ ਵੀ ਜੇ ਗੱਲ ਕਰੀਏ, ਅੱਜ ਵੀ ਜੋ ਖੁਰਾਕ ਮੇਲ ਪਰਸਨ ਨੂੰ ਦਿੱਤੀ ਜਾਂਦੀ ਆ, ਜੋ ਪਿਆਰ ਬੱਚੇ ਨੂੰ ਮੇਲ ਪਰਸਨ ਨੂੰ ਦਿੱਤਾ ਜਾਂਦਾ ਹੈਗਾ, ਜਾਂ ਜਦੋਂ ਲੜਕੀ ਹੁੰਦੀ ਆ, ਪੈਦਾ ਹੁੰਦੀ ਆ, ਤੇ ਖੁਆਇਸ਼ ਅੱਜ ਵੀ 70% ਲੋਕਾਂ ਦੇ ਮਨਾਂ ਦੇ ਵਿੱਚ ਹੁੰਦੀ ਆ ਕਿ ਸੈਕੰਡ ਬੱਚਾ ਜੇ ਹੋਵੇ ਤਾਂ ਉਹ ਮੇਲ ਹੋਵੇ। ਵੀ ਜੇਕਰ ਪਹਿਲੀ ਲੜਕੀ ਹੋ ਜਾਂਦੀ ਆ, ਕਿ ਜਿਹੜਾ ਇਹ ਮੇਲ ਡੋਮੀਨੈਂਸ ਵਾਲਾ ਸਾਡਾ ਰਵੱਈਆ ਹੈ, ਉਹ ਅੱਜ ਵੀ ਦੇਖਦੇ ਆਏ ਆ। ਇਕੱਲਾ ਆਪਣੀ ਫੈਮਿਲੀ ਦੀ ਗੱਲ ਨਹੀਂ ਕਰਦੇ ਅਸੀਂ, ਹੋ ਸਕਦਾ ਮੇਰੀ ਫੈਮਿਲੀ ਦੇ ਵਿੱਚ ਇਹ ਚੀਜ਼ ਨਾ ਵੇਖਣ ਨੂੰ ਮਿਲੀ ਹੋਵੇ, ਪਰ ਮੇਰੇ ਆਲੇ ਦੁਆਲੇ ਵੇਖਣ ਨੂੰ ਮਿਲੀ ਹੋਵੇ, ਮੇਰੇ ਰਿਲੇਟਿਵਸ ਦੇ ਵਿੱਚ ਦੇਖਣ ਨੂੰ ਮਿਲੀ ਹੋਵੇ। ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਇਹ ਦੇਖਣ ਨੂੰ ਸਾਡੀ ਕਮਿਊਨਿਟੀ 'ਚ ਮਿਲੂਗੀ ਕਿ ਅਸੀਂ ਮੇਲ ਪਰਸਨ ਜਿਹੜਾ ਹੈਗਾ ਉਹਨੂੰ ਪਹਿਲ ਦਿੰਦੇ ਆ। ਮੇਲ ਜਿਹੜਾ ਬੱਚਾ ਹੁੰਦਾ ਉਹਨੂੰ ਜ਼ਿਆਦਾ ਪਿਆਰ ਮਿਲਦਾ, ਉਹਦੀ ਖੁਰਾਕ ਦਾ ਵੀ ਫਰਕ ਹੁੰਦਾ, ਕਈ ਕਾਰਨ ਹੁੰਦੇ ਨੇ। ਹੁਣ ਦੂਸਰੇ ਨੰਬਰ ਤੇ ਇਹ ਹੋ ਗਿਆ ਮੇਲ ਪਰਸਨ। ਤਾਂ ਫੀਮੇਲ ਜਿਹੜੀ ਆ ਉਹਦੇ 'ਚ ਇੰਨੀ ਟੋਲਰੈਂਸ ਕਿਉਂ ਹੁੰਦੀ ਆ? ਸਾਡਾ ਜਿਹੜਾ ਸੋਸ਼ਲ ਸਿਸਟਮ ਹੈ, ਜੋ ਅਸੀਂ ਆਪਣੇ ਪੇਰੈਂਟਸ ਵਿੱਚ ਵੇਖਦੇ ਹਾਂ, ਆਪਣੀ ਮਦਰ ਨੂੰ ਕਰਦੇ ਵੇਖਦੇ ਹਾਂ, ਸਹਿੰਦੇ ਵੇਖਦੇ ਹਾਂ, ਉਹੀ ਚੀਜ਼ ਜਿਹੜੀ ਲੜਕੀ ਬਚਪਨ ਦੇ ਵਿੱਚ ਹੁੰਦੀ ਉਹਦੇ ਮਨ ਦੇ ਵਿੱਚ ਬੈਠਦੀ ਜਾਂਦੀ ਆ। ਜਾਂ ਜਿਨ੍ਹਾਂ ਗੱਲਾਂ ਦੇ ਵਿੱਚ ਉਸ ਨੂੰ ਦਬਾ ਕੇ ਰੱਖਿਆ ਜਾਂਦਾ, ਕੁਝ ਫੈਕਟਰ ਹੁੰਦੇ ਨੇ ਜਿਹੜੇ, ਚਲੋ ਬੱਚਾ ਵੱਡਾ ਹੁੰਦਾ ਉਸ ਟਾਈਮ ਡਿਫਰੈਂਟ ਹੁੰਦੇ ਨੇ, ਪਰ ਇੱਕ ਬੱਚੇ ਨੂੰ 2 ਸਾਲ ਦੇ ਨੂੰ, 3 ਸਾਲ ਦੇ ਨੂੰ, 5 ਸਾਲ ਦੇ ਨੂੰ, ਜਦੋਂ ਉਹਦੇ ਵਿੱਚ ਇਸ ਤਰ੍ਹਾਂ ਦੇ ਕੋਈ ਰੀਜ਼ਨਸ ਨਹੀਂ ਜਿਨ੍ਹਾਂ ਦੇ ਵਿੱਚ ਮਾਂ-ਬਾਪ ਕਹਿ ਦੇਣ ਕਿ ਵੀ ਸਾਨੂੰ ਤਾਂ ਇਹਦੀ ਰਾਖੀ ਰੱਖਣੀ ਪੈ ਰਹੀ ਆ, ਕੰਟਰੋਲ ਕਰਨਾ ਪੈ ਰਿਹਾ, ਉਸ ਟਾਈਮ ਤੋਂ ਹੀ ਬੱਚੇ ਨੂੰ, ਫੀਮੇਲ ਨੂੰ ਅਹਿਸਾਸ ਕਰਾਇਆ ਜਾਂਦਾ ਹੈਗਾ। ਕਾਫੀ ਫੈਮਿਲੀਜ਼ ਦੇ ਵਿੱਚ, ਮੈਂ 100% ਫੈਮਿਲੀਜ਼ ਨੂੰ ਰਿਸਪੌਂਸੀਬਲ ਨਹੀਂ ਮੰਨਦਾ ਕਿ ਉਹ ਬੱਚਾ ਦੱਬਿਆ ਰਹਿੰਦਾ ਹੈਗਾ। ਮੇਰਾ ਟੀਚਿੰਗ ਲਾਈਨ ਦੇ ਨਾਲ ਵਾਸਤਾ ਹੈਗਾ। ਸਾਡੇ ਕੋਲ ਲੜਕੀਆਂ ਹੁੰਦੀਆਂ ਨੇ ਜਿਹੜੀਆਂ ਮੈਚਿਓਰ ਹੁੰਦੀਆਂ ਨੇ ਔਰ 18 ਸਾਲ ਤੋਂ ਉੱਪਰ ਦੀ ਏਜ ਦੀਆਂ ਹੁੰਦੀਆਂ ਨੇ। ਕਈ ਵਾਰ ਕੀ ਹੁੰਦਾ, ਉਹਨਾਂ ਦੇ ਨਾਲ ਕਾਲਜ ਦੇ ਵਿੱਚ ਕੋਈ ਘਟਨਾ ਇਦਾਂ ਦੀ ਹੁੰਦੀ ਆ, ਕੋਈ ਲੜਕੇ ਨੇ ਕੁਝ ਕਹਿ ਦਿੱਤਾ, ਜਾਂ ਰਸਤੇ ਦੇ ਵਿੱਚ ਕੋਈ ਉਹਨਾਂ ਨੂੰ ਪ੍ਰੋਬਲਮ ਹੋਈ ਕਿ ਰਸਤੇ ਦੇ ਵਿੱਚ ਕੋਈ ਲੜਕੇ ਖੜੇ ਸੀ, ਉਹ ਕਮੈਂਟ ਕਰਦੇ ਨੇ, ਉਹ ਸਾਨੂੰ ਆ ਕੇ ਦੱਸਦੀਆਂ ਨੇ। ਬੀਇੰਗ ਏ ਟੀਚਰ, ਅਸੀਂ ਜਦੋਂ ਉਹਨਾਂ ਨਾਲ ਇਹ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਕਿਉਂ ਨਹੀਂ ਦੱਸਦੇ, ਤਾਂ ਉਹਨਾਂ ਦਾ 100% ਸਾਡੇ ਕੋਲ ਇਹ ਜਵਾਬ ਹੁੰਦਾ, ਸਾਨੂੰ ਉਹਨਾਂ ਨੇ ਪੜ੍ਹਨ ਤੋਂ ਹਟਾ ਦਿੱਤਾ। ਇਟ ਮੀਨਸ ਇਹ ਹੋਇਆ ਕਿ ਲੜਕੀ ਨੂੰ ਕੋਈ ਤੰਗ ਕਰ ਰਿਹਾ, ਲੜਕੀ ਦਾ ਕਸੂਰ ਕੋਈ ਨਹੀਂ, ਪਰ ਸਜ਼ਾ ਕਿਹਨੂੰ ਮਿਲ ਰਹੀ ਆ? ਲੜਕੀ ਨੂੰ। ਕਿ ਉਹਨੂੰ ਤੁਸੀਂ ਪੜ੍ਹਨ ਤੋਂ ਹਟਾ ਦੋਗੇ। ਜਦੋਂ ਪੜ੍ਹਨ ਤੋਂ ਹਟਾਇਆ ਜਾਣ ਦੇ ਡਰ ਹੁੰਦਾ ਮਨ ਦੇ ਵਿੱਚ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਉਹਨਾਂ ਦੀ ਪੜ੍ਹਾਈ ਛੁੱਟ ਜਾਂਦੀ ਆ, ਦੂਸਰਾ ਉਹਨਾਂ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕੋਈ ਨੈਗੇਟਿਵ ਆਜ਼ਾਦੀ। ਇੱਕ ਬੱਚਾ ਸਾਰਾ ਦਿਨ ਘਰੇ ਰਹਿੰਦਾ, ਲੜਕੀਆਂ ਅਕਸਰ ਕੀ ਕਰਦੀਆਂ ਨੇ, ਕਾਲਜ ਜਾਂ ਸਕੂਲ ਤੋਂ ਆ ਕੇ ਜੋ ਇੱਥੇ ਕਲਚਰ ਆ ਘਰ ਰਹਿੰਦੀਆਂ ਨੇ, ਲੜਕੇ ਬਾਈਕ ਚੱਕਿਆ, ਦੋਸਤਾਂ ਨਾਲ ਘੁੰਮਣ ਚਲੇ ਗਏ। ਤਾਂ ਇੱਕ ਲੜਕੀ ਘਰੋਂ ਬਾਹਰ ਜਾ ਰਹੀ ਆ, ਸਿਰਫ ਉਹਦੇ ਕੋਲ ਇੱਕ ਬਹਾਨਾ ਹੈਗਾ, ਉਹ ਪੜ੍ਹਨ ਦੇ ਬਹਾਨੇ ਜਾ ਰਹੀ ਆ, ਉਹ ਕੋਈ ਆਜ਼ਾਦੀ ਨੂੰ ਮਿਸਯੂਜ਼ ਵੀ ਨਹੀਂ ਕਰ ਰਹੀ। ਉਹਦਾ ਰਾਈਟ ਆ ਕਿ ਉਹਨੂੰ ਵੀ ਇੱਕ ਨਾਰਮਲ ਲਾਈਫ ਜਿਉਣ ਦਾ, ਪਰ ਉਹਨੂੰ ਡਰ ਆ ਕਿ ਮੈਨੂੰ ਪੜ੍ਹਾਈ ਤੋਂ ਹਟਾ ਲਿਆ। ਹੁਣ ਉਹੋ ਜਿਹਾ ਬੱਚਾ ਡਰਦਾ ਆਪਣੇ ਪੇਰੈਂਟਸ ਨੂੰ ਨਹੀਂ ਦੱਸ ਰਿਹਾ। ਇਟ ਮੀਨਸ ਕਿਤੇ ਨਾ ਕਿਤੇ ਤਾਂ ਐਜੂਕੇਟਿਡ ਲੜਕੀਆਂ ਵੀ ਦਬਾਈਆਂ ਹੋਈਆਂ ਨੇ ਸਾਈਕੋਲੋਜੀਕਲੀ, ਇਹ ਦਬੀਆਂ ਹੋਈਆਂ ਨੇ। ਇਹ ਰਿਐਲਿਟੀ ਦਾ ਇੱਕ ਇਫੈਕਟ ਤੁਹਾਨੂੰ ਮੈਂ ਦੱਸਿਆ ਹੈਗਾ। ਦੂਸਰਾ ਹੁੰਦਾ ਹੈਗਾ ਇਕਨੋਮਿਕ ਕਾਰਨ, ਜਿਹੜੇ ਨੇ ਕੀਤਾ ਉਹਦੇ ਤੇ ਇਫੈਕਟ ਪਊਗਾ। ਤਾਂ ਉਹ ਇੱਕ ਬੰਦਾ ਕੁਰਬਾਨ ਕਰਦਾ ਆਪਣੀ ਜ਼ਿੰਦਗੀ ਦੂਜਿਆਂ ਦੀ ਜ਼ਿੰਦਗੀ ਨੂੰ ਸਵਾਰਨ ਲਈ। ਜੇ ਆਪਾਂ ਕਾਰਨਾਂ ਵਿੱਚ ਦੇਖੀਏ ਤਾਂ ਇਕਨੋਮਿਕ ਕਾਰਨ ਵੀ ਜਿਹੜੀ ਇੱਕ ਲੰਮੀ ਲਿਸਟ ਬਣ ਜਾਊਗੀ। ਇੰਸੀਡੈਂਟ ਹੋਇਆ, ਇਹਦੇ ਵਿੱਚ ਮੈਂ ਇਕੱਲਾ ਨਹੀਂ, ਸਾਡੇ ਸਾਰਿਆਂ ਦੇ ਮਨਾਂ ਵਿੱਚ ਇੱਕ ਬੜਾ ਵੱਡਾ ਸਵਾਲ ਆਇਆ, ਜਿਹਦਾ ਜਵਾਬ ਮੈਂ ਤੁਹਾਡੇ ਤੋਂ ਮੰਗੂਗਾ। ਉਹ ਇਹ ਆਇਆ ਵੀ ਪੰਜਾਬ ਜਾਂ ਇੰਡੀਆ ਦੇ ਵਿੱਚ ਤਾਂ ਇਹ ਹੁੰਦਾ ਕਿ ਕਾਨੂੰਨ ਤੋਂ ਬੰਦਾ ਕਹਿੰਦਾ ਮੈਨੂੰ ਆਸ ਨਹੀਂ, ਸਾਡੀ ਪੁਲਿਸ ਤੋਂ ਕੋਈ ਆਸ ਨਹੀਂ, ਪਰ ਤੁਹਾਡੇ ਤਾਂ ਕਾਨੂੰਨ ਇੰਨਾ ਸਖਤ ਆ, ਪੁਲਿਸ ਜਿਹੜੀ ਆ ਉਹ ਸਾਥ ਦਿੰਦੀ ਆ, ਇੱਕ ਸਿੰਪਲ ਕਾਲ ਦੇ ਉੱਤੇ ਪੁਲਿਸ ਉੱਥੇ ਪਹੁੰਚ ਜਾਂਦੀ ਆ, ਫਿਰ ਵੀ ਉਹ ਲੜਕੀ 8 ਸਾਲ ਉਹ ਕਹਿ ਰਹੀ ਆ, ਜੋ ਵੀਡੀਓ ਦੇਖੀ ਆ, ਕਿ ਮੈਂ ਬਰਦਾਸ਼ਤ ਕੀਤਾ। ਇਹ ਬਹੁਤ ਵੱਡਾ ਕੁਐਸਚਨ ਸਾਡੇ ਲਈ ਰੇਸ ਹੋਇਆ ਕਿ 8 ਸਾਲ ਇੰਨੇ ਐਡਵਾਂਸ ਕੰਟਰੀ ਦੇ ਵਿੱਚ, ਔਰ ਜਦੋਂ ਕਿ ਉਹਨਾਂ ਦਾ ਇੱਕ ਵਾਰ ਪਹਿਲਾਂ ਵੀ ACS ਮੇਰਾ ਕੋਈ ਵਰਡ ਯੂਜ਼ ਕੀਤਾ, ਉਹਨਾਂ ਨੇ 1.5 ਸਾਲ ਉਹਨਾਂ ਦਾ ਰਿਹਾ। ਇਟ ਮੀਨਸ ਕਿ ਉਹਨੇ ਇੱਕ ਵਾਰ ਲੀਗਲ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਆ, ਉਸ ਤੋਂ ਬਾਅਦ ਵੀ ਵਾਇਲੈਂਸ ਉਹਨੇ ਬਰਦਾਸ਼ਤ ਕੀਤੀ ਆ, ਟੋਲਰੇਟ ਕੀਤੀ ਆ। ਉਹਦੇ ਪਿੱਛੇ ਕਾਰਨ ਉਹਨਾਂ ਦੇ ਘਰ ਦੇ ਵਿੱਚ ਕੀ ਸੀਗੇ ਉਹ ਜਾਣਦੇ ਨੇ, ਜਾਂ ਹੁਣ ਇਹ ਲੀਗਲ ਮੈਟਰ ਹੈ, ਇਹਦੇ ਉੱਤੇ ਅਸੀਂ ਕਮੈਂਟ ਨਹੀਂ ਕਰਾਂਗੇ। ਪਰ 8 ਸਾਲ ਕਿਉਂ ਇੱਕ ਐਡਵਾਂਸ ਕੰਟਰੀ 'ਚ ਬਰਦਾਸ਼ਤ ਕੀਤਾ? ਇਹ ਸਵਾਲ ਜਿਹਦੇ ਨਾਲ ਵੀ ਅਸੀਂ ਗੱਲ ਕਰਦੇ, ਮੇਰੀ ਮਿਸਿਸ ਦੇ ਨਾਲ ਸਾਡੀ ਕਾਫੀ ਵਾਰ ਡਿਸਕਸ਼ਨ ਹੋਈ, ਉਹ ਮੈਨੂੰ ਇਹੀ ਗੱਲ ਕਹਿ ਰਹੀ ਆ, ਮੈਂ ਉਹਨੂੰ ਵੀ ਇਹ ਬੜੀ ਹੈਰਾਨੀ ਦੀ ਗੱਲ ਆ ਕਿ 8 ਸਾਲ ਜੇ ਇੱਕ ਪੰਜਾਬੀ ਕੁੜੀ
ਇੰਨੀ ਐਡਵਾਂਸ ਕੰਟਰੀ ਦੇ ਵਿੱਚ ਜਾ ਕੇ ਵੀ ਇੰਨਾ ਕੌਨਫੀਡੈਂਸ ਨਹੀਂ ਆਇਆ ਉਹਦੇ ਵਿੱਚ ਵੀ ਇਹੋ ਜਿਹੇ ਕਿਹੜੇ ਕਾਰਨ ਰਹਿ ਗਏ। ਤਾਂ ਮੈਨੂੰ ਇਹ 'ਚ ਇਕਨੋਮਿਕ ਕਾਰਨ ਨਹੀਂ ਲੱਗਦੇ, ਮੈਨੂੰ ਇਹ 'ਚ ਸੋਸ਼ਲ ਕਾਰਨ ਜ਼ਿੰਮੇਵਾਰ ਲੱਗਦੇ ਨੇ, ਕਲਚਰਲ ਕਾਰਨ ਜ਼ਿੰਮੇਵਾਰ ਲੱਗਦੇ ਨੇ। ਮੈਂ ਇੱਥੇ ਇੱਕ ਵਾਰੀ ਠੀਕ ਹੈ। ਹੁਣ ਹਾਂਜੀ ਨੈਕਸਟ ਜਾਣੀ ਕਿ ਹਾਂਜੀ ਉਹ ਤੁਸੀਂ ਹਾਂਜੀ ਕਹਿਣਾ ਐਡ ਕਰ ਨਾਲ। ਹਾਂਜੀ ਟਾਂਡੀ ਭਾਈ ਤੁਸੀਂ ਕੁਝ ਕਹਿ ਰਹੇ ਹੋ? ਤੁਹਾਡੇ ਨਾਲ ਦੱਸਾਂ ਨਵਦੀਪ ਸਿੰਘ ਗੁਰਾਇਆ ਭਾਜੀ ਨੇ ਵੀ ਜੁਆਇਨ ਕੀਤਾ, ਥੈਂਕਸ ਫॉर ਜੁਆਇਨਿੰਗ। ਹਾਂਜੀ ਟਾਂਡੀ ਭਾਜੀ ਥੋੜੀ ਚੀਜ਼ ਮੈਂ ਐਡ ਕਰਨੀ ਚਾਹੁੰਦਾ, ਇੰਪੋਰਟੈਂਟ ਚੀਜ਼, ਕਿਉਂਕਿ ਸਾਨੂੰ ਕੋ ਬਹੁਤ ਸਾਨੂੰ ਨਾ ਰੱਬ ਦੀ ਕਿਰਪਾ ਨਾਲ ਗੁਰੂਆਂ ਨੇ ਬਹੁਤ ਕੁਝ ਦਿੱਤਾ ਹੈਗਾ, ਸਾਡੇ ਕੋਲ ਸਾਂਭਿਆ ਨਹੀਂ ਜਾ ਰਿਹਾ, ਨਾ ਸਾਂਭਿਆ ਅਸੀਂ। ਕਿਉਂਕਿ ਸਭ ਤੋਂ ਵੱਡੀ ਚੀਜ਼ ਆ, ਅਸੀਂ ਨੌਲੇਜ ਹੁੰਦਿਆਂ ਕਹਿੰਦੇ ਘਰ ਵਿੱਚ ਕਹਿੰਦੇ ਟ੍ਰੀਟਮੈਂਟ ਪਈ ਆ, ਤੇ ਫਿਰ ਤੁਸੀਂ ਬਿਮਾਰ ਹੋ ਜਾਓ, ਤੇ ਫਿਰ ਤੁਸੀਂ ਕਿਹਨੂੰ ਤੁਸੀਂ ਇਹ ਵੱਲੋਂ ਵੀ ਦੋਸ਼ ਦਵੋਗੇ ਬਿਮਾਰ ਕਿਉਂ ਹੋ ਗਏ ਹੈ ਨਾ। ਜਿੱਦਾਂ ਇਹ ਚੀਜ਼ ਸਿੱਖਣੀ ਪੈਣੀ ਹੈ। ਸਾਡੇ ਧਰਮ 'ਚ ਪਹਿਲਾਂ ਲਿਖਿਆ, ਨਾ ਦੁੱਖ ਦੇਣਾ ਤੇ ਨਾ ਦੁੱਖ ਸਹਿਣਾ। ਜੇ ਫਿਰ ਵੀ ਸਾਡੀਆਂ ਪੰਜਾਬਣ ਭੈਣਾਂ ਕੋਈ ਕਿ ਜ਼ੁਲਮ ਸਹਿੰਦੀਆਂ ਹੈਗੀਆਂ, ਇਹ ਕਸੂਰ ਕਿਹਨਾਂ ਦਾ ਵਾ? ਵੀ ਉਹ ਜਦ ਧਰਮ ਦੇ ਵਿੱਚ ਸਭ ਕੁਝ ਸਿੱਖਿਆ ਲਿਖੀ ਆ, ਨਾ ਦੁੱਖ ਦੇਣਾ ਨਾ ਦੁੱਖ ਸਹਿਣਾ। ਇਹਦਾ ਮਤਲਬ ਅਸੀਂ ਸਿੱਖਿਆ ਲਈ ਨਹੀਂ ਉੱਥੋਂ ਜੋ ਸਾਨੂੰ ਦੱਸਦੇ ਆ। ਦੂਸਰੀ ਜਿਹੜੀ ਡੋਮੈਸਟਿਕ ਵਾਇਲੈਂਸ ਇਹ ਹੁੰਦੀ ਆ, ਆਉਂਦੀ ਹੈਗੀ, ਜਿਹੜੀ ਮੈਂ ਆਮ ਦੇਖਿਆ ਹੈਗਾ ਵੀ ਘਰਾਂ ਦੇ ਵਿੱਚ ਮਿਸਕਮਿਊਨੀਕੇਸ਼ਨ ਹਸਬੈਂਡ ਤੇ ਵਾਈਫ ਵਿੱਚ ਇਹ ਚੀਜ਼ ਹੁੰਦੀ ਆ ਵੀ ਜਦੋਂ ਤੁਸੀਂ ਰੀਅਲ ਸਟੋਰੀ ਨਹੀਂ ਘਰ ਵਿੱਚ ਲੈ ਕੇ ਆਉਂਦੇ, ਜਦੋਂ ਚਲੋ ਬੰਦੇ ਦੀ ਇਨਕਮ ਘੱਟ ਆ, ਬੰਦਾ ਜ਼ਿਆਦਾ ਦੱਸਦਾ, ਫੜਾ ਮਾਰ ਦਿੰਦਾ ਮੇਰੀ ਇਨਕਮ ਇੰਨੀ ਜ਼ਿਆਦਾ ਹੈਗੀ ਆ, ਕਿਉਂਕਿ ਐਗਜ਼ੈਕਟਲੀ ਸਟੋਰੀ ਘਰ ਵਾਲੀ ਦੱਸਣੀ ਚਾਹੀਦੀ, ਜਿਸ 'ਚ ਘਰ ਵਾਲੇ ਦੇ ਘਰ ਮੈਨੇਜ ਹੋਵੇ ਤਾਂ ਪਤਾ ਲੱਗੇ ਵੀ ਕਿੱਥੋਂ ਵਧਣਾ, ਕਿੱਥੋਂ ਰੁਕਣਾ, ਕਿੱਥੇ ਨਹੀਂ ਚੱਲਣਾ। ਇਹ ਜਿਹੜੀਆਂ ਮਤਲਬ ਨਾ ਆਪਣੀਆਂ ਨਾ ਗੱਪਸ ਮਾਰਨੀਆਂ ਨਾ, ਸਾਡੇ ਪੰਜਾਬੀ ਕਰਨੀ ਚਾਹੀਦੀ ਹੈਗੀ ਆ। ਠੀਕ ਹੈ। ਉਹਦੇ ਨਾਲ ਜਿਹੜਾ ਮਨ ਤੇ ਬੋਝ ਵੜਦਾ ਵੀ, ਤੇ ਇਨਕਮ ਤੁਹਾਡੀ ਝੱਟ ਆ ਤੇ ਘਰ ਜਾ ਕੇ ਜ਼ਿਆਦਾ ਦੱਸਣੀ ਹੈਗੀ, ਉਸ ਹਿਸਾਬ ਨਾਲ ਤੁਹਾਡੇ ਖਰਚੇ ਵੱਧ ਜਾਂਦੇ ਆ, ਤੇ ਮੁੜ ਕੇ ਫਿਰ ਉਹ ਤੁਹਾਡੇ ਮਾਈਂਡ ਤੋਂ ਜਿਹੜਾ ਪ੍ਰੈਸ਼ਰ ਹੁੰਦਾ, ਤੁਸੀਂ ਇੱਕ ਦੂਜੇ ਨਾਲ ਫਾਈਟ ਕਰਦੇ ਨਹੀਂ ਦਾ। ਸੋ ਇਹ ਦੂਸਰੀ ਗੱਲ ਹੋ ਗਈ। ਤੀਸਰੀ ਗੱਲ ਸਭ ਤੋਂ ਵੱਡੀ ਚੀਜ਼ ਹੈਗੀ ਆ ਵੀ ਸਾਡੇ ਜਿਹੜਾ ਸੈਲਫ ਕੰਟਰੋਲ ਨਹੀਂ ਰਹਿ ਗਿਆ। ਮੈਂ ਇੱਕ ਨਾ ਥੋੜੀ ਜੀ ਜਸਵੀਰ ਭਾਈ ਤੋਂ ਮੈਂ ਦੱਸਦਾ ਮਾੜੀ ਜੀ ਗੱਲ, ਉਹ ਬਹੁਤ ਚੀਜ਼ ਨਿਕਲ ਕੇ ਆਈ ਸੀ। ਮੈਂ ਸੀਗਾ ਅਕੈਡਮੀ ਸੀਗਾ ਜਦੋਂ ਲਾਸਟ ਡੇ ਨਹੀਂ ਸਾਡਾ ਸੀਗਾ, ਤੇ ਉਹਨਾਂ ਨੇ ਹਰ ਇੱਕ ਨੂੰ ਪੁੱਛੀ ਸੀ, ਕਹਿੰਦੇ ਵੀ ਕੋਈ ਮੂਵੀ ਬਣਾਉਣ ਵਾਸਤੇ ਕੋਈ ਲਾਈਨ ਸਪੈਸ਼ਲ ਲਾਈਨ ਨੂੰ ਕਹਿੰਦੇ ਟੈਗ ਲਾਈਨ ਕਹਿੰਦੇ ਹੁੰਦੇ ਨੇ, ਤਾਂ ਕਹਿੰਦੇ ਕਿਸੇ ਕੋਈ ਸਪੈਸ਼ਲ ਲਾਈਨ ਹੋਵੇ ਉਹ ਕਿ ਦੱਸੇ। ਤੇ 4-5 ਸੀਗੇ ਸਟੂਡੈਂਟ ਸੀ, ਉਹਨੇ ਹੈਂਡ ਰੇਂਜ ਕਰਤਾ ਤੇ ਮੈਂ ਵੀ ਕਰ ਦਿੱਤਾ ਵਿੱਚ, ਪੜਾ ਨਹੀਂ ਜਦੋਂ। ਤੇ ਉਹ 4 ਬੰਦਿਆਂ ਪਹਿਲਾਂ ਵਾਰੀ ਆਈ, ਤੇ ਉਹਨੇ ਦੱਸੀ ਵੀ ਆਹ ਦੱਸੀ, ਕਹਿੰਦਾ ਵੀ ਪਹਿਲਾਂ ਆਗ ਬਣ ਗਈ, ਉਹ ਵੀ ਹੈਗੀ ਆ। ਦੂਜੇ ਨੇ ਬਾਅਦ ਮੈਂ ਕਿਹਾ ਹੁਣ ਮੈਂ ਕਹਿ ਦਿੱਤਾ, ਮੈਂ ਵੀ ਬੋਲਦਾ। ਜਦੋਂ ਮੇਰੀ ਵਾਰੀ ਆਈ ਤੇ ਮੈਂ ਉਦੋਂ ਕਹਿਤਾ, ਤੇ ਮੈਨੂੰ ਕਹਿੰਦੇ ਤੇਰੇ ਕੋਲ ਕਿਹੜੀ ਲਾਈਨ ਆ? ਮੈਂ ਕਿਹਾ ਵੀ ਟੂਡੇ, ਮੈਂ ਇਹਨੂੰ ਕਹਿਤਾ, ਮੈਂ ਕਿਹਾ ਟੂਡੇ ਹਿਊਮਨ ਇਜ਼ ਵੈਰੀ ਸਟੂਪਿਡ ਐਂਡ ਵੈਰੀ ਸਮਾਰਟ। ਮੈਂ ਕਿਹਾ, ਉਹ ਕਹਿੰਦੇ ਵੀ ਲਾਈਨ ਬੜੀ ਇੰਟਰਸਟਿੰਗ ਹੈਗੀ, ਤੂੰ ਥੋੜਾ ਜਿਹਾ ਐਕਸਪਲੇਨ ਕਰ ਸਕਦਾ, ਥੋੜਾ ਸਾਨੂੰ ਡਿਟੇਲ 'ਚ ਦੱਸ। ਮੈਂ ਕਿਹਾ ਟੂਡੇ ਹਿਊਮਨ ਇਜ਼ ਵੈਰੀ ਸਮਾਰਟ ਐਂਡ ਵੈਰੀ ਸਟੂਪਿਡ। ਫਿਰ ਉਹਨੂੰ ਥੋੜਾ ਜਿਹਾ ਐਕਸਪਲੇਨ ਕੀਤਾ, ਉਹ ਚੀਜ਼ ਦੇਖਣ ਵਾਲੀ ਹੈ ਜਿਹੜੀ ਐਕਸਪਲੇਨ ਕੀਤੀ। ਮੈਂ ਕਿਹਾ ਟੂਡੇ ਹਿਊਮਨ ਇਜ਼ ਵੈਰੀ ਸਮਾਰਟ, ਇੰਨਾ ਸਮਾਰਟ ਆ, ਦੇਖ ਲਓ ਵੀ ਇਹ ਪਲੇਨ 'ਚ ਬੈਠਾ ਡਾਇਰੈਕਟਲੀ। ਮੈਂ ਕਿਹਾ ਫਿਲਾਡੈਲਫੀਆ ਤੋਂ ਪਲੇਨ ਉੱਡਿਆ, ਕਿੰਨੇ ਮਿੰਟ 'ਚ ਉੱਡਣਾ ਤੇ ਕਿੰਨੇ ਮਿੰਟ ਸੈਕਿੰਡ 'ਚ ਇੰਡੀਆ ਲਾਉਣਾ ਨੇ ਜਾ ਕੇ। ਇਹ ਪੂਰਾ ਓਸ਼ਨ ਮੰਨ ਲਓ ਵੀ ਜਾ ਕੇ ਕੰਟਰੋਲ ਕਰਕੇ ਇੰਨੇ ਘੰਟੇ ਦੀ ਫਲਾਈਟ ਕਰਕੇ ਪੂਰਾ ਸੇਫਲੀ ਲਾ ਗਿਆ। ਮੈਂ ਕਿਹਾ ਸਮਾਰਟ ਆਏ ਹਨਾ, ਇਹਦਾ ਪਲੇਨ ਦੇ ਉੱਪਰ ਕੰਟਰੋਲ ਹੈਗਾ, ਸਾਰੇ ਪਾਸੇ ਕੰਟਰੋਲ ਹੈਗਾ, ਤੇ ਇਹ ਮੈਂ ਕਿਹਾ ਸਮਾਰਟ ਆ। ਪਰ ਸਟੂਪਿਡ ਹੈਗਾ, ਇਹਦਾ ਪਲੇਨ ਤੇ ਕੰਟਰੋਲ ਹੈਗਾ ਪਰ ਆਪਣੇ ਆਪ ਤੇ ਕੰਟਰੋਲ ਨਹੀਂ ਹੈਗਾ। ਮੈਂ ਕਿਹਾ ਵੀ ਸਾਡਾ ਪਲੇਨ ਤੇ ਕੰਟਰੋਲ ਹੈ ਐਗਜ਼ੈਕਟਲੀ, ਜਿੰਨੇ ਮਿੰਟ ਜਿੰਨੇ ਸੈਕਿੰਡ ਤੇ ਉੱਡੇ, ਜਿੰਨੇ ਮਿੰਟ ਸੈਕਿੰਡ ਦਾ ਘੰਟੇ ਦਾ ਸਾਡਾ ਟਾਰਗੇਟ ਹੀ ਪੂਰਾ ਕਰਕੇ ਮੰਨ ਲਓ ਵੀ ਪੂਰਾ ਲਾਤਾ ਨਹੀਂ ਇੰਡੀਆ ਜਾ ਕੇ, ਸਾਡਾ ਕੰਟਰੋਲ ਆ, ਅਸੀਂ ਸਮਾਰਟ ਆ। ਤੇ ਪਰ ਅਸੀਂ ਸਟੂਪਿਡ ਇੱਥੋਂ ਆ ਜਾਂਦੇ ਵੀ ਸਾਡਾ ਆਪਣੇ ਆਪ ਤੇ ਕੰਟਰੋਲ ਹੈ ਨਹੀਂ, ਸਾਡਾ ਦੂਜੀਆਂ ਚੀਜ਼ਾਂ ਤੇ ਕੰਟਰੋਲ ਆ, ਹਰ ਚੀਜ਼ ਤੇ, ਕੰਪਿਊਟਰ ਤੇ ਕੰਟਰੋਲ ਆ, ਮਸ਼ੀਨਾਂ ਤੇ ਕੰਟਰੋਲ ਆ, ਪਰ ਸਾਡਾ ਆਪਣੇ ਆਪ ਤੇ ਕੰਟਰੋਲ ਨਹੀਂ ਹੈਗਾ। ਬਟ ਇਹ ਅਸੀਂ ਹੋਰਾਂ ਚੀਜ਼ਾਂ ਬਾਰੇ ਬਹੁਤ ਸਿੱਖਿਆ, ਪਰ ਅਸੀਂ ਆਪਣੇ ਆਪ ਬਾਰੇ ਕੁਝ ਵੀ ਨਹੀਂ ਸਿੱਖਿਆ। ਦਿਸ ਇਜ਼ ਦਾ ਮੇਨ ਕਾਜ਼ ਪ੍ਰੋਬਲਮ। ਹਾਂਜੀ, ਇਹ ਥੈਂਕ ਯੂ ਟਾਂਡੀ ਭਾਈ ਨੇ ਦੱਸਿਆ ਕਿ ਆਪਣੇ ਆਪ ਤੇ ਕੰਟਰੋਲ ਹੈ ਨਹੀਂ ਇਨਸਾਨ ਦਾ। ਇਹਦੇ ਬਾਰੇ ਆਪਾਂ ਹਾਂਜੀ ਡਾਕਟਰ ਮਿਸਿਸ ਕੋਛੜ ਇਹਨਾਂ ਨੂੰ ਪੁੱਛਾਂਗੇ, ਡੋਮੈਸਟਿਕ ਵਾਇਲੈਂਸ ਕਿਉਂ ਹੋ ਰਿਹਾ, ਇਹਦੇ ਵਿੱਚ ਕੀ ਰੀਜ਼ਨ ਕੀ ਹੈ, ਕਿੱਦਾਂ ਆਪਾਂ ਅਵੋਇਡ ਕਰ ਸਕਦੇ ਹਾਂ ਤਾਂ ਕਿ ਆਪਣੀ ਕਮਿਊਨਿਟੀ 'ਚ ਅਵੇਅਰਨੈਸ ਪੈਦਾ ਹੋਵੇ। ਹਾਂਜੀ ਡਾਕਟਰ ਕੋਛੜ, ਇਹਨਾਂ ਨਾਲ ਗੱਲ ਕਰਾਂਗੇ। ਮਿਸਿਸ ਕੋਛੜ, ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ, ਜਿਹੜਾ ਸਭ ਤੋਂ ਪਹਿਲੀ ਗੱਲ, ਜਿਹੜਾ ਆਪਣਾ ਕਲਚਰ ਹੈ, ਇੰਡੀਆ ਦਾ ਕਲਚਰ, ਬਹੁਤ ਚੰਗੀਆਂ ਚੀਜ਼ਾਂ ਵੀ ਹੈ, ਮਾੜੀਆਂ ਚੀਜ਼ਾਂ ਵੀ ਹੈਗੀਆਂ ਉਹਦੇ 'ਚ, ਸਾਨੂੰ ਰੈਕਗਨਾਈਜ਼ ਕਰਨੀਆਂ ਚਾਹੀਦੀਆਂ। ਅਸੀਂ ਬਲੈਂਕ ਸਟੇਟਮੈਂਟ ਨਹੀਂ ਦੇ ਸਕਦੇ ਸਾਡਾ ਕਲਚਰ ਬਹੁਤ ਵਧੀਆ ਤੇ ਵੈਸਟਰਨ ਕਲਚਰ ਸਾਰਾ ਹੀ ਖਰਾਬ ਹੈ। ਯੂ ਹੈਵ ਟੂ ਗੋ ਵਿਦ ਗੁੱਡ ਵੈਲਿਊਜ਼, ਚਾਹੇ ਕਿਹੜਾ ਵੀ ਕਲਚਰ ਹੋਏ, ਕਿਹੜੀ ਵੀ ਸੈਂਚੁਰੀ ਹੈ, ਯੂ ਹੈਵ ਟੂ ਪਿਕ ਅਪ ਗੁੱਡ ਵੈਲਿਊਜ਼। ਆਪਣੇ ਇੰਡੀਆ ਵਿੱਚ ਬਚਪਨ 'ਚ ਮੈਂ ਵੀ ਦੇਖਿਆ, ਤੁਸੀਂ ਕੁਝ ਵੀ ਕਰੋ ਸਾਰੇ ਫਟਾਫਟ ਖੜੇ ਹੋ ਜਾਣਗੇ। ਉਹ ਬਹੁਤ ਘਰਾਂ 'ਚ ਇਸ ਤਰ੍ਹਾਂ ਕੰਡੈਮ ਕਰ ਦੇਣਾ, ਇਹ ਨਹੀਂ ਕਿ ਉਹਨੂੰ ਬਈ ਅੱਗੇ ਤੋਂ ਅਗਲੀ ਵਾਰੀ ਜ਼ਿਆਦਾ ਵਧੀਆ ਹੋ ਜਾਏਗਾ ਜਾਂ ਕੁਝ। ਉਹ ਆਮ ਮੈਂ ਦੇਖਿਆ ਬੱਚਿਆਂ 'ਚ,
ਉਹਨੂੰ ਇਹਦੇ ਕੋਲੋਂ ਤਾਂ ਕੁਝ ਹੋਣਾ ਹੀ ਨਹੀਂ ਹੈ ਨਾ। ਸਾਈਕੋਲੋਜੀਕਲੀ ਉਹਨੂੰ ਪਹਿਲਾਂ ਹੀ ਡਾਊਨ ਕਰ ਦਿਓ ਐਂਡ ਹੱਥ ਬੜੀ ਜਲਦੀ ਚੁੱਕਦੇ ਹੱਥ। ਤੁਸੀਂ ਹੁਣ ਦੇਖੋ ਪਿੱਛੇ ਜੇ ਟਿਕਟੌਕ ਤੇ ਆਂਦੀ ਸੀ ਵੀਡੀਓਜ਼, ਜਿਹੜਾ ਉਹ ਸੰਦੀਪ ਤੂਰ ਬਣਾਉਂਦਾ ਸੀ, ਇਫ ਯੂ ਰਿਮੈਂਬਰ। ਉਹ ਇੱਕ ਬੱਚੀ ਹੈਗੀ ਹੈ ਫੀਮੇਲ, ਉਹਨੂੰ ਦੇ ਪ੍ਰੈਜ਼ੈਂਟ ਹਿਮ ਐਜ਼ ਅ ਮੇਲ, ਰਾਈਟ। ਉਹਦੇ ਚ ਉਹ ਕਦੀ ਉਹ ਕਲਾਸਰੂਮ ਦੀ ਦਿਖਾਉਂਦਾ ਹੈ ਸੀਨ, ਕਦੇ ਕੁਝ, ਜਰਾ ਵੀ ਕੁਝ ਬੱਚਾ ਕਰਦੇ ਫਟਾਫਟ ਜੀ ਥੱਪੜ ਮਾਰ ਦਿੰਦੇ, ਉਹਦੇ ਝਾੜੂ ਲੈ ਕੇ ਉਹਦੇ ਪਿੱਛੇ ਪੈ ਜਾਓ। what are they representing? Is that Indian culture? ਕਿ ਮਾਰਨਾ ਕੋਈ ਪ੍ਰੋਬਲਮ ਹੀ ਨਹੀਂ ਹੈ, ਹੱਥ ਖੁੱਲੇ ਪਏ। ਉਸੇ ਤਰ੍ਹਾਂ ਦੀ ਸਾਈਕੋਲੋਜੀ ਬਣ ਜਾਂਦੀ ਹੈ, ਰਾਈਟ। ਪੇਰੈਂਟਸ ਉੱਥੇ ਆਮ ਹੀ ਹੈ, ਨੌਕਰ ਨੇ ਗਲਤ ਕਰਦਾ ਨੌਕਰ ਨੂੰ ਥੱਪੜ ਮਾਰ ਦਿਓ। ਵਾਈ? ਸੀ ਇਹ ਸਾਰਾ ਰੂਟ ਕਾਜ਼ ਤੋਂ ਪ੍ਰੋਬਲਮ ਸ਼ੁਰੂ ਹੁੰਦੀ ਹੈ। ਬਾਕੀ ਯੈਸ these are reasons. Secondly, ਇਹ ਸਾਰਾ ਕੁਝ ਤਾਂ ਅਸੀਂ we are just discussing ਕਿ ਇਹਦੇ ਕਰਕੇ ਹੋ ਸਕਦਾ ਹੈ, ਆਹ ਰੀਜ਼ਨ ਹੁੰਦੇ ਹੈ, we are all discussing ਕਿ ਇਹਦੇ how do we prevent it? We have to be practical. Time has come ਕਿ ਖੜੇ ਹੋਵੋ, ਇਹਨੂੰ ਸਟਾਪ ਕਰੋ। ਸਟਾਪ ਕਿਵੇਂ ਹੋਏਗਾ? ਤੁਸੀਂ ਕਹਿੰਦੇ ਕੋ ਦੁੱਖ ਸਹਿਣਾ ਨਹੀਂ ਚਾਹੀਦਾ, ਦੁੱਖ ਕਰਨਾ ਵੀ ਨਹੀਂ ਚਾਹੀਦਾ, ਅਸੀਂ ਸਿੱਖਿਆ। ਉਹ ਕੁੜੀ ਵਿਚਾਰੀ ਕਿਸੇ ਨੂੰ ਦੱਸ ਹੀ ਨਹੀਂ ਸਕਦੀ। ਮੈਂ ਇੱਥੇ ਵੀ ਇੱਕ ਲੇਡੀ ਨੂੰ ਜਾਣਦੀ ਹਾਂ in our Delaware County, ਮੈਂ ਉਹਦਾ ਨਾਂ ਨਹੀਂ ਲਵਾਂਗੀ। She is going through similar problem. Okay, 2 ਬੱਚੀਆਂ ਉਹਦੀਆਂ ਵੀ, ਹਸਬੈਂਡ ਇੱਕ ਭੱਜ ਗਿਆ, ਪਤਾ ਹੀ ਨਹੀਂ ਕਿੱਥੇ ਗਿਆ। ਉਹ ਵਿਚਾਰੀ ਕੱਲੀ ਲੱਗੀ ਹੋਈ ਹੈ, ਹਸਪਤਾਲ ਤੋਂ ਆਈ ਹੈ, ਸੀ ਸੈਕਸ਼ਨ ਹੋਇਆ, ਉਹਨੇ ਪਰਵਾਹ ਨਹੀਂ ਕੀਤੀ ਬੰਦੇ ਨੇ। ਮਤਲਬ ਇਹ ਹਜੇ ਵੀ ਹੋ ਰਿਹਾ, ਉਹ ਕਿਸੇ ਨੂੰ ਦੱਸ ਹੀ ਨਹੀਂ ਸਕਦੀ। ਜੇ ਕੋਈ ਦੱਸੇਗੀ ਵੀ who does anybody stand by her? No. ਇਹ ਸਭ ਕਹਿਣ ਦੀਆਂ ਗੱਲਾਂ, ਆਪਾਂ ਆਪਸ ਜਿੰਨਾ ਮਰਜ਼ੀ ਡਿਸਕਸ ਕਰ ਲਈਏ, ਪ੍ਰੈਕਟੀਕਲੀ ਸਪੀਕਿੰਗ ਕਿੰਨੇ ਕੁ ਆਪਾਂ ਖੜੇ ਹੁੰਦੇ ਆ ਕਿਸੇ ਦੇ ਨਾਲ। ਕੋਈ ਫੰਡ ਹੀ ਨਹੀਂ, ਗੁਰਦੁਆਰਿਆਂ ਚ ਇੰਨੀ ਇਨਕਮ ਹੈ, ਕੋਈ ਫੰਡ ਨਹੀਂ ਕਿ ਵੀ ਜਿਹੜੀਆਂ ਬੱਚੀਆਂ ਇੱਥੇ, ਜਾਂ ਬੱਚੇ ਵੀ, ਈਵਨ men, some men are suffering too, right? ਜਾਂ ਕਿਸੇ ਦੇ ਘਰ ਕੋਈ ਬੱਚੇ ਸਫਰ ਕਰ ਰਹੇ, ਕੋਈ ਫੰਡ ਨਹੀਂ ਕਿਸੇ ਗੁਰਦੁਆਰੇ ਚ ਵੀ ਕਿ ਉਹਨਾਂ ਨੂੰ ਥੋੜੀ ਜਿਹੀ ਹੈਲਪ ਹੀ ਕਰ ਦਿਓ। ਪ੍ਰੈਕਟੀਕਲ ਸੋਲੂਸ਼ਨਸ ਲੱਭੋ, and they are not hard. They are not difficult. We have to take initiative. ਕੋਈ ਇਨੀਸ਼ੀਏਟਿਵ ਨਹੀਂ, ਉਹ ਸ਼ਰਮ ਦੇ ਮਾਰੇ ਕੁੜੀਆਂ ਦੱਸਦੀਆਂ ਹੀ ਨਹੀਂ। ਉਹ ਵਿਚਾਰੇ ਬੁੱਢੇ ਮਾਂ ਪਿਓ ਇੰਡੀਆ ਚ ਪਿੰਡ ਚ ਬੈਠੇ, ਉਹ ਉੱਥੇ ਦੁਖੀ ਹੁੰਦੇ ਹੈ, ਬੱਚੇ ਇੱਥੇ ਦੁਖੀ ਹੈ, ਮਾਂ ਪਿਓ ਕਿਸੇ ਨੂੰ ਦੱਸ ਨਹੀਂ ਸਕਦੇ, ਉਹ ਇਕੱਲੇ ਰੋਂਦੇ ਕੁਰਲਾਉਂਦੇ ਹੈ। ਕੋਈ ਜਾ ਕੇ ਉਹਨਾਂ ਨੂੰ ਕੋਈ ਸਹਾਰਾ ਦਿੰਦਾ? ਕੋਈ ਨਹੀਂ ਦਿੰਦਾ। ਗੱਲਾਂ ਜਿੰਨੀਆਂ ਮਰਜ਼ੀ ਆਪਾਂ ਕਰ ਲਈਏ ਕਿ ਆਹ ਰੀਜ਼ਨ ਹੈ, ਉਹ ਰੀਜ਼ਨ ਨੂੰ ਕੀ ਕਰੋਗੇ? ਲੈਟਸ ਫਾਈਂਡ ਸੋਲੂਸ਼ਨ ਨਾਓ। ਠੀਕ ਹੈ, ਹਾਂਜੀ ਸੋਲੂਸ਼ਨ, ਹਾਂਜੀ ਸੋਲੂਸ਼ਨ ਤਾਂ ਐਸੋਸੀਏਸ਼ਨ ਫੰਡ ਬਣਾਓ। ਗੁਰਦੁਆਰਿਆਂ ਚ ਕਿਉਂ ਨਹੀਂ ਫੰਡ ਬਣਦਾ? ਹੈਲਪ ਫੰਡ ਹੋਣਾ ਚਾਹੀਦਾ। ਔਰ ਆਪਸ ਚ ਕੋਈ ਦੇਖੋ, ਜਿਹੜੀ ਬੱਚੀ ਨੂੰ ਪ੍ਰੋਬਲਮ ਹੈਗੀ ਹੈ, ਉਹਨੂੰ ਕੋਈ, ਜਿਸ ਤਰ੍ਹਾਂ ਕਈ ਸਕੂਲਾਂ ਚ ਹੈਗਾ ਸੀ ਜਦੋਂ ਮੇਰੇ ਬੱਚੇ ਵੱਡੇ ਹੋ ਰਹੇ ਸੀ, ਬੱਡੀ ਸਿਸਟਮ ਕਹਿੰਦੇ ਉਹਨੂੰ, ਰਾਈਟ। ਉਹ ਕਿਤੇ ਹੋਰ ਨੂੰ ਉਹ ਨਹੀਂ ਦੱਸਦੇ, ਉਹ ਪੇਰੈਂਟਸ ਨੂੰ ਨਹੀਂ ਸ਼ੇਅਰ ਕਰਦੇ, ਉਹਦਾ ਸਕੂਲ ਚ ਬੱਡੀ ਬਣਾ ਦਿੰਦੇ ਆ ਸੀਨੀਅਰ। ਲੈਟਸ ਸੇ ਕੋਈ ਐਲੀਮੈਂਟਰੀ ਸਕੂਲ ਦਾ ਬੱਚਾ ਤਾਂ ਉਹਦਾ ਮਿਡਲ ਸਕੂਲ ਦਾ ਬਣਾ ਦੇਣਗੇ, ਤਾਂ ਕਿ ਉਹ ਉਹਦੇ ਨਾਲ ਖੁੱਲ ਕੇ ਗੱਲ ਕਰਦਾ ਬੱਚਾ। ਜੇ ਮਿਡਲ ਸਕੂਲ ਵਾਲਾ ਤਾਂ ਉਹਦਾ ਹਾਈ ਸਕੂਲ ਦਾ ਬੱਡੀ ਹੁੰਦਾ ਸੀ, ਬੱਡੀ ਸਿਸਟਮ, ਰਾਈਟ। ਦੈਨ ਦੇਰ ਇਜ਼ ਅ ਫੋਨ ਚੇਨ, ਦੇਰ ਸ਼ੁੱਡ ਬੀ ਅ ਫੋਨ ਚੇਨ। ਕਿਤੇ ਕੁਝ ਹੋ ਰਹੀ ਹੈ, ਤੁਸੀਂ ਚੇਨ ਉਹਦੀ ਬਣਾਓ ਕਿ ਵੀ ਆਹ ਬੱਚੀ ਨਾਲ ਇਹ ਹੋ ਰਿਹਾ, ਮੈਨੂੰ ਪਤਾ ਲੱਗਿਆ, ਲੈਟਸ ਗੈਟ ਟੂਗੇਦਰ। ਦੇਰ ਹੈਜ਼ ਟੂ ਬੀ ਫੋਨ ਚੇਨ ਐਂਡ ਕੌਨਫੀਡੈਂਸ਼ੀਅਲਟੀ ਨਹੀਂ ਹੈ। ਉਹ 10 ਜਗ੍ਹਾ ਜਾ ਕੇ ਗੱਲਾਂ ਕਰਨਗੇ, ਅੱਛਾ ਉਹਦੇ ਨਾਲ ਪਤਾ ਨਹੀਂ ਇਹਨੇ ਕੁਝ ਗਲਤ ਕੀਤਾ ਹੋਣਾ, ਕਿਉਂ ਨਹੀਂ ਸਹਿ ਸਕਦੀ। ਸਾਡਾ ਸੋਸ਼ਲ ਕਲਚਰ ਅਸੀਂ ਆਪ ਸਾਰੇ ਖਰਾਬ। ਜਿਹੜਾ ਵਾਇਲੈਂਟ ਬੰਦਾ ਉਹ ਤਾਂ ਹੈ ਹੀ ਹੈ, ਜਿਹੜਾ ਸਹਿ ਰਿਹਾ ਉਹ ਕੀ ਕਰੇ, ਪਰ ਅਸੀਂ ਆਪ ਸਾਰੇ ਖਰਾਬ ਹਾਂ। because we don't keep confidential ਰੱਖਦੇ ਹੀ ਨਹੀਂ ਅਸੀਂ। 10 ਬੰਦਿਆਂ ਦੇ ਘਰ ਗੱਲ ਕਰ ਦੇਣਗੇ, ਉਹ ਵਿਚਾਰੀ ਕੀ ਦੱਸੇ। so we have to change ourselves, you know। ਇੱਕ ਸਾਰਾ social circle setup ਤਾਂ change ਨਹੀਂ ਹੋਏਗਾ ਸਮਾਜ, ਪਰ ਅਸੀਂ ਇੱਥੇ ਆਏ ਹਾਂ, we have seen some better life, so we can make a group, make a fund, make a support group, make a buddy system, so that ਉਹਨੂੰ confidence ਹੋ, ਮੈਂ ਕਿਸੇ ਨੂੰ ਦੱਸ ਸਕਦੀ ਹਾਂ। ਕਈ ਵਾਰੀ ਕਿਸੇ ਨੂੰ ਕੋਈ ਪੈਸੇ ਨਹੀਂ ਚਾਹੀਦੇ ਹੁੰਦੇ, ਉਹਨੇ ਆਪਣਾ ਦਿਲ ਦੀ ਗੱਲ ਖੋਲਣੀ ਹੁੰਦੀ ਹੈ ਕਿ ਕੋਈ ਉਹਦੀ ਗੱਲ ਸੁਣ ਲਵੇ। that's all they need. time ਦਿਓ, give time to such people. ਉਹ ਬੰਦਾ ਆਪੇ ਮਿਹਨਤ ਕਰ ਲੈਂਦਾ। ਠੀਕ ਹੈ, ਇਕਨੋਮਿਕ ਪ੍ਰੋਬਲਮ ਹੈਗੀ ਹੈ, ਹੁੰਦੀ ਹੈ ਇਕਨੋਮਿਕ, I can understand,
ਜੇ ਕਿਸੇ ਆਪਸ 'ਚ ਤੁਹਾਡੇ ਪਿਆਰ ਹੈ, ਜੇ ਇੱਕ ਦੂਜੇ ਦੀ ਰਿਸਪੈਕਟ ਹੈ, ਤਾਂ ਉਹ ਲੜਕੀ ਵੀ ਉਨੀ ਮਿਹਨਤ ਕਰੇਗੀ ਨਾਲ, ਖੜੇ ਹੋ ਜਾਣਗੇ ਮਿਹਨਤ ਕਰਕੇ। ਔਰ ਜੇ ਉਹਨੂੰ ਮਾਰੀ ਕੁੱਟੀ ਜਾਣਾ ਇਕਨੋਮਿਕ ਪ੍ਰੋਬਲਮ ਹੈ ਤਾਂ ਇਸ ਤਰ੍ਹਾਂ ਤੋਂ ਸੋਲਵ ਨਹੀਂ ਹੋਣੀ। ਰਾਦਰ ਆਪਸ 'ਚ ਪਿਆਰ ਨਾਲ ਰਹੋ ਤਾਂ ਕਿ, ਐਂਡ देयर शुड बी ਸਾਈਕੋਲੋਜਿਸਟ, ਫ੍ਰੀ ਸਾਈਕੋਲੋਜਿਸਟ ਆਪਣੇ ਇੰਡੀਅਨ ਕਮਿਊਨਿਟੀ 'ਚ ਕਾਫੀ ਹੈਗੇ। ਵਾਈ ਕਾਂਟ ਦੇ ਗਿਵ ਹੈਲਪ ਫ੍ਰੀ ਟੂ ਸੱਚ ਪੀਪਲ ਕਿ ਭਾਈ ਤੁਸੀਂ ਦੋਨੋਂ ਆਪਸ 'ਚ ਇਕੱਠੇ ਰਹੋ ਤੇ ਉਹ ਕੁੜੀ ਵੀ ਉਨੀ ਮਿਹਨਤ ਕਰੇਗੀ, ਆਪਣੇ ਆਪ ਠੀਕ ਹੋ ਜਾਏਗਾ ਇਕਨੋਮਿਕ ਸਿਸਟਮ। We have to find solutions. You see, solution ਤਾਂ ਕੋਈ ਨਹੀਂ, ਆਪਾਂ ਇਹਨੂੰ ਐਨਾਲਾਈਜ਼ ਜਿੰਨਾ ਮਰਜ਼ੀ ਕਰੀ ਜਾਓ, ਐਨਾਲਾਈਜ਼ ਕਰਕੇ ਕੋਈ ਸੋਲੂਸ਼ਨ ਨਹੀਂ ਲੱਭਣਾ। ਠੀਕ ਹੈ ਜੀ, ਕਾਜ਼ ਲੱਭੇਗਾ। We have to work towards solution. Let's be practical. We can't keep sitting. ਅਸੀਂ ਬੈਠੇ ਰਵਾਂਗੇ ਤਾਂ ਦੋ ਵਿਚਾਰੀਆਂ, 2-4 ਮਨਦੀਪ ਕੌਰ ਹੋਰ ਮਰ ਜਾਣਗੇ। ਹਾਂਜੀ, ਇੱਕ ਨਹੀਂ, ਕੱਲੀ ਮਨਦੀਪ ਕੌਰ ਨਹੀਂ, ਬਹੁਤ ਹੈ ਇਸ ਤਰ੍ਹਾਂ ਦੀਆਂ, ਬਹੁਤ ਲੇਡੀਜ਼ ਹੈਗੀਆਂ। ਹਾਂਜੀ, ਨਹੀਂ ਬਿਲਕੁਲ ਸਹੀ ਦੱਸਿਆ ਡਾਕਟਰ। ਆਪਣਾ ਜਿਹੜਾ ਦੱਸਿਆ ਨਾ ਸਪੋਰਟ ਗਰੁੱਪ ਹੋਣਾ ਚਾਹੀਦਾ। ਅਸੀਂ ਖੁਦ ਇੱਥੇ ਇਹਦੇ ਬਾਰੇ ਸਰਚ ਕਰਾਂ, ਕੁਛ ਆਪਣਾ ਗਾਈਡੈਂਸ ਮਿਸਿਸ ਕੋਚੜ ਤੋਂ ਲੈ ਕੇ, ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ, ਅਸੀਂ ਇਹਦੇ ਬਾਰੇ ਕੁਛ ਪਲੈਨਿੰਗ ਕਰਾਂਗੇ ਕੀ ਅਸੀਂ ਕਰ ਸਕਦੇ ਹਾਂ ਇਹਦੇ ਬਾਰੇ ਪ੍ਰੈਕਟੀਕਲ। ਉਹਨਾਂ ਦੇ ਭੈਣ ਭਰਾ ਬਣ ਕੇ ਖੜੇ ਹੋਵੋ, ਭਰਾ ਬਣ ਕੇ ਖੜੇ ਹੋਵੋ, ਭੈਣ ਬਣ ਕੇ ਖੜੇ ਹੋਵੋ ਉਹਨਾਂ ਦੇ ਨਾਲ। ਉਹਨਾਂ ਦੀ, ਲਾਈਕ ਆਈ ਸੈਡ ਮੈਨੀ ਟਾਈਮਸ, ਉਹ ਉਹਨਾਂ ਨੂੰ ਕੁਝ ਹੋਰ ਨਹੀਂ ਚਾਹੀਦਾ ਹੁੰਦਾ। They just need time so somebody can listen to them. ਸਾਨੂੰ ਟਾਈਮ ਦੇਣਾ ਚਾਹੀਦਾ। I don't agree with you because ਇੱਥੇ ਕਿੰਨੀਆਂ ਸਕੂਲ ਸ਼ੂਟਿੰਗਸ ਹੋਈਆਂ, ਕਦੇ ਕੁਝ ਹੋਇਆ, ਉਹ ਸਾਰੇ ਬਾਅਦ ਚੈਨਲਾਈਜ਼ ਹੁੰਦਾ। ਇਵਨ ਅਮਰੀਕਨ ਕਮਿਊਨਿਟੀ ਸੇਮ, ਰਾਈਟ? ਉਹ ਜੀ ਬੰਦਾ ਮੈਂਟਲੀ ਪ੍ਰੋਬਲਮ ਸੀ, ਉਹਦਾ ਚਾਈਲਡਹੁੱਡ ਖਰਾਬ ਸੀ ਤਾਂ ਉਹਨੇ ਸਕੂਲ ਸ਼ੂਟਿੰਗ ਕਰਤੀ, ਉਹਦਾ ਕੋਈ ਸੋਲੂਸ਼ਨ ਤਾਂ ਨਹੀਂ ਹੈ। What is the solution? ਸਕੂਲਾਂ 'ਚ ਤੁਸੀਂ ਡਿਟੈਕਟਰ ਲਗਾਓ, ਵੈਪਨ ਡਿਟੈਕਟਰ ਲਗਾਓ, 2 ਬੰਦੇ ਖੜੇ ਕਰੋ, ਸਿਕਿਉਰਿਟੀ ਵਾਲੇ, ਸਾਰਿਆਂ ਦੇ ਬੈਗ ਚੈੱਕ ਕਰੋ। It is that simple. ਠੀਕ ਹੈ। No, but they don't know, analyze ਕਰੀ ਜਾਣਗੇ ਹਰ ਜਗ੍ਹਾ। ਸਕੂਲ ਸ਼ੂਟ ਇੰਡੀਵਿਜੂਅਲ ਬੰਦਾ ਹੈ ਨਾ, ਉਹ ਕਈ ਵਾਰੀ ਤਾਂ ਕਹਿੰਦੇ ਅਸੀਂ ਕੀ ਲੈਣਾ, ਇਹਨਾਂ ਨੇ ਕੱਲ ਨੂੰ ਇਕੱਠੇ ਹੋ ਜਾਣਾ, ਅਸੀਂ ਵਿੱਚ ਕੀ ਆਣਾ, ਰਾਈਟ? ਇਹ ਵੀ ਐਟੀਟਿਊਡ ਹੁੰਦਾ। ਜਦੋਂ ਗਰੁੱਪ ਹੋਏਗਾ, ਜਦੋਂ ਐਸੋਸੀਏਸ਼ਨ ਹੋਏਗੀ, and people who are part of that group or association, they will be committed. ਔਰ ਕਿਸੇ ਕੱਲੇ ਦੇ ਉੱਤੇ ਨਹੀਂ ਆਏਗਾ ਕਿ ਮੈਂ ਕੀ ਲੈਣਾ ਜਾਂ ਅਸੀਂ ਕੀ ਲੈਣਾ। They will be committed to help, right? ਠੀਕ ਹੈ, ਆਪਸ 'ਚ ਕੱਲ ਨੂੰ ਦੁਬਾਰਾ ਉਹਨਾਂ ਦੀ ਬਣ ਜਾਏ ਤਾਂ ਇਸ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੈ। ਪਰ ਗਰੁੱਪ there has to be, we have to get together. in ਫੰਡ ਵੀ ਹੋਣਾ ਚਾਹੀਦਾ ਉਹਦੇ 'ਚ ਕੋਈ, and we should, ਠੀਕ ਹੈ, ਕੋਈ ਜਗ੍ਹਾ ਵੀ ਹੋਣੀ ਚਾਹੀਦੀ ਹੈ ਜਿੱਥੇ ਉਹਨੂੰ ਉੱਥੋਂ ਕੱਢਿਆ ਜਾਏ, ਉਸ ਵਿਕਟਿਮ ਨੂੰ, ਕਿ ਵੀ ਤੂੰ ਥੋੜੀ ਦਿਨ ਇੱਧਰ ਅਲੱਗ ਜਗ੍ਹਾ ਤੇਰੇ ਵਾਸਤੇ ਰਹਿਣ ਵਾਸਤੇ। ਕਈ ਵਾਰੀ ਨੇਬਰਹੁੱਡ 'ਚ ਪਤਾ ਲੱਗ ਜਾਂਦਾ, if ਨੇਬਰਸ ਦੇ ਬੱਚੇ ਪਤਾ ਲੱਗ ਜਾਂਦਾ ਵੀ ਇਸ ਘਰ 'ਚ ਪ੍ਰੋਬਲਮ ਹੋ ਰਹੀ ਹੈ, ਤਾਂ we should keep an eye. ਠੀਕ ਹੈ ਕਿ ਵੀ ਇਸ ਘਰ ਹੈ ਨਾ, ਤਾਂ ਪਤਾ। ਇਸ ਤਰ੍ਹਾਂ ਕਈ ਵਾਰੀ ਕੁੜੀ ਸ਼ੇਅਰ ਕਰਦੀ ਨਹੀਂ ਹੈ ਨਾ, ਮਾਪਿਆਂ ਨਾਲ ਕਰਦੀ, ਕਿਸੇ ਨਾਲ ਨਹੀਂ ਕਰਦੀ, ਵਿਚਾਰੀ ਇਕੱਲੀ ਲੱਗੀ ਰਹਿੰਦੀ, ਸਹਿੰਦੀ ਰਹਿੰਦੀ। ਹਾਂਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਕਿਸੇ ਵੀ ਮਾਂ ਭੈਣ ਨੂੰ ਏਦਾਂ ਦੀ ਗੱਲ ਪ੍ਰੋਬਲਮ ਹੈ, ਸ਼ੇਅਰ ਕਰੋ, ਸਾਨੂੰ ਕਿਸੇ ਗਰੁੱਪ ਦੇ ਵਿੱਚ ਸ਼ੇਅਰ ਕਰੋ ਜਾਂ ਆਪਣੇ ਫੈਮਿਲੀ ਨੂੰ ਸ਼ੇਅਰ ਕਰੋ, ਤਾਂ ਕਿ ਦੁਬਾਰਾ ਕੋਈ ਇਹੋ ਜਿਹੀ ਪ੍ਰੋਬਲਮ ਨਾ ਆਵੇ। ਇਹ ਬਹੁਤ ਜ਼ਰੂਰੀ ਹੈ। ਤੇ ਆਪਣਾ ਇੱਥੇ ਕੋਈ ਲੋਕਲ ਗਰੁੱਪ ਹੋਣਾ ਚਾਹੀਦਾ ਕਿ ਜਿਹਨੂੰ ਪਤਾ ਹੋਵੇ ਕਿ ਐਸੋਸੀਏਸ਼ਨ ਹੋਵੇ, ਕੋਈ ਫੰਡ ਅਵੇਲੇਬਲ ਹੋਣ, ਤਾਂ ਕਿ ਕਿਸੇ ਨੂੰ ਪ੍ਰੋਬਲਮ ਆਵੇ ਉਹਦੇ ਵਾਸਤੇ ਆਪਾਂ ਕੁਝ ਕਰ ਸਕੀਏ। ਕੋਈ ਹੈਲਪਲਾਈਨ ਹੋਣੀ ਚਾਹੀਦੀ ਹੈ ਸਾਡੇ ਪੰਜਾਬੀ ਕਮਿਊਨਿਟੀ, ਜਿਹੜੀ ਕਿ ਇੱਥੇ ਬਿਲਕੁਲ ਵੀ ਹੈ ਨਹੀਂ। ਤੇ ਇਹਦੇ ਬਾਰੇ ਹਾਂਜੀ ਹਾਂਜੀ, ਵੱਡੀਆਂ ਐਸੋਸੀਏਸ਼ਨਸ ਹੈਗੀਆਂ, ਉਹਨਾਂ ਦੀ ਬ੍ਰਾਂਚ ਵੀ ਹੋਏ, ਉੱਥੇ ਉਹਨਾਂ ਨੂੰ ਜੁਆਇਨ ਕਰ ਲਓ। ਵੀ ਕੈਨ ਕੰਟੈਕਟ them ਕਿ ਤੁਸੀਂ ਐਕਸਪੈਂਡ ਕਰੋ, and here are 10 more members who want to join from this neighborhood. ਰਾਈਟ? ਐਸੋਸੀਏਸ਼ਨਸ ਹੈਗੀਆਂ ਵੱਡੀਆਂ, ਉਹਨਾਂ ਨਾਲ ਤੁਸੀਂ, ਜਿਵੇਂ ਕੌਰ ਫਾਊਂਡੇਸ਼ਨ ਹੈਗੀ ਆ, ਕੁਝ ਇਸ ਤਰ੍ਹਾਂ ਦੀਆਂ, there are, ਉਹਨਾਂ ਨੂੰ ਤੁਸੀਂ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਤੁਸੀਂ ਇੱਥੇ ਇੱਕ ਬ੍ਰਾਂਚ, ਇੱਥੇ ਹੋਰ people are ready to join. ਪਰ ਉਹ ਜਿਹੜੇ the bottom line is, ਜਿਹੜਾ ਵਿਕਟਿਮ ਹੈ, ਉਹਨੂੰ ਕਿਤੇ ਨਾ ਕਿਤੇ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਮੈਂ ਆਪਣੀ ਗੱਲ ਕਿਸੇ ਨਾਲ ਦੱਸ ਸਕਦੀ ਹਾਂ, and I may be able to take help. ਔਰ ਸਭ ਤੋਂ ਪਹਿਲਾਂ ਵਿਕਟਿਮ ਨੂੰ ਪਤਾ, we have to help the victim, and victim ਹਾਲੇ ਵੀ ਹੈਗੇ, ਬੜੇ ਹੈ। ਠੀਕ ਹੈ। ਹਾਂਜੀ, ਸਾਡੇ ਨਾਲ ਜਿਮ ਭਾਜੀ ਵੀ ਆਏ। ਜਿਮ ਭਾਜੀ, ਤੁਸੀਂ ਤੁਹਾਡਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜਿਵੇਂ ਦੱਸਿਆ ਡਾਕਟਰ ਮਿਸਿਸ ਕੋਛੜ ਨੇ ਬਈ ਗੱਲਾਂ, ਇਹ ਹਾਈਡ ਨਾ ਕੀਤੀ ਜਾਵੇ, ਕੋਈ ਐਸੋਸੀਏਸ਼ਨ ਹੋਣੀ ਚਾਹੀਦੀ ਹੈ, ਕੋਈ ਟਰਸਟ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਕੰਟੈਕਟ ਕਰ ਸਕਣ। ਤੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਜਿਮ ਭਾਜੀ? ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਨਾ, ਇਹ ਸਭ ਕੁਝ ਸ਼ਾਇਦ ਐਗਜ਼ੈਕਟਲੀ ਨਾ ਹੋਵੇ,
जे असी इस तरह ना कुछ मतलब कि बनाइए कोई ਅਸੀਂ ਕੁਝ ਕਰਦੇ ਹੀ ਨਹੀਂ ਹੈਗੇ ਆਪਣੀ ਕਮਿਊਨਿਟੀ ਦੇ ਲਈ। I don't think we do anything first of all। ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹ ਡੋਮੈਸਟਿਕ ਵਾਇਲੈਂਸ ਹੈ ਨਾ, ਇਟਸ ਅ ਕ੍ਰਾਈਮ, ਬਹੁਤ ਵੱਡਾ ਕ੍ਰਾਈਮ ਹੈ ਇਹ। ਤੇ ਇਹਨੂੰ ਸਹਿਣਾ ਵੀ ਤੇ ਇਹਨੂੰ ਜਿਹੜਾ ਕਰਦਾ ਵੀ ਆ, ਜਿਹੜਾ ਸਹਿੰਦਾ ਵੀ ਹੈਗਾ ਆ, ਉਹ ਤਾਂ ਉਸ ਵੇਲੇ ਟੌਰਚਰ ਹੁੰਦਾ ਹੀ ਹੁੰਦਾ ਆ, ਇੱਕ ਕਿਸਮ ਦੀ ਪਨਿਸ਼ਮੈਂਟ ਵਿਦਆਊਟ ਐਨੀ ਰੀਜ਼ਨ ਲੈਂਦਾ। ਬਟ ਜਿਹੜਾ ਕਰਦਾ ਵੀ ਹੈਗਾ ਨਾ ਇੱਕ ਦਿਨ ਉਹ ਵੀ ਜ਼ਰੂਰ ਫਸੇ ਹੀ ਜਾਂਦਾ। ਜਿਵੇਂ ਕਿ ਹੁਣ ਜਿਹੜਾ ਰੀਸੈਂਟ ਹੋਇਆ ਹੈਗਾ, ਹੀ ਗੈਟ ਟ੍ਰੈਪਡ, ਤਰ੍ਹਾਂ ਦੇ ਉਹਨੂੰ ਕੁਐਸਚਨ, ਦੋਨੇ ਜਾਣੇ ਆਪਣਾ ਆਪ ਗਵਾ ਲੈਂਦੇ ਹੈਗੇ ਨੇ। ਇੱਥੇ ਸਾਰਾ ਕੁਝ ਮਿਲਦਾ, ਕਾਉਂਸਲਿੰਗ ਮਿਲਦੀ ਹੈਗੀ ਆ, ਯੂ ਗੈਟ ਐਵਰੀਥਿੰਗ। ਅਗਰ ਤੁਸੀਂ ਠੀਕੇ ਕਰਨਾ ਚਾਹੁੰਦੇ ਹੋ ਨਾ, ਗੈਟ ਕਾਉਂਸਲਿੰਗ, ਤਾਂ ਤੁਹਾਨੂੰ ਤੁਸੀਂ ਆਪਣੀ ਉੱਥੇ ਵੀ ਝੂਠ ਨਹੀਂ ਬੋਲਣਾ। ਸੀ ਦੈਟਸ ਅਨਦਰ ਥਿੰਗ। ਸੱਚ ਬੋਲੋ। ਅਗਰ ਤੁਸੀਂ ਆਪਣੇ ਪਰਿਵਾਰ ਨੂੰ ਇਕਮੁੱਠ ਰੱਖਣਾ ਚਾਹੁੰਦੇ ਆ, ਮੋਸਟ ਆਫ ਪੀਪਲ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਸਾਡਾ ਘਰ ਟੁੱਟ ਜਾਵੇ, ਪਰ ਹੁੰਦਾ ਕੀ ਹੈ ਨਾ, ਉੱਥੇ ਹਸਬੈਂਡ ਐਂਡ ਵਾਈਫ ਹਾਊਸ ਵਿੱਚ ਟਕਰਾਉਂਦੇ ਰਹਿੰਦੇ ਨੇ। ਟਕਰਾ ਕੇ ਅਫਕੋਰਸ ਹਸਬੈਂਡ ਦੇ ਵਿੱਚ ਫੋਰਸ ਹੁੰਦੀ ਹੈਗੀ ਆ, ਇਸ ਕਰਕੇ ਬਹੁਤ ਇਟਸ ਨਾਟ ਆਲਵੇਜ਼ ਹਸਬੈਂਡ, ਬਹੁਤ ਘੱਟ ਏਦਾਂ ਦੇ ਵੀ ਹੁੰਦੇ ਹੈਗੇ ਜਿੱਥੇ ਕਿ ਇੱਕ ਲੇਡੀ ਵੀ ਜਾਂ ਇੱਕ ਫੀਮੇਲ ਵੀ ਟਾਰਗੇਟ ਕਰਦੀ ਹੈਗੀ ਆ ਦੂਸਰੇ ਨੂੰ। ਪਲੱਸ ਇਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਆ ਨਾ, we get every kind of aid in this country। ਅਗਰ ਕੋਈ ਵੀ ਲੜਕੀ, ਕੋਈ ਵੀ ਸਾਡੀ ਭੈਣ ਹੈ ਨਾ, besides first of all as I said earlier, ਅਸੀਂ ਕੁਝ ਕਰਦੇ ਹੀ ਨਹੀਂ ਆਪਣੀ ਕਮਿਊਨਿਟੀ ਦੇ ਲਈ। ਇਸ ਕਰਕੇ ਉਹ ਕਿਹਦੇ ਕੋਲ ਗੱਲ ਕਰਨ, ਉਹ ਇਸ ਚੀਜ਼ ਤੋਂ ਵੀ ਡਰਦੇ ਨੇ। ਬਟ ਇੱਥੇ we live in this country, ਹੈ ਨਾ, ਅਸੀਂ ਇੱਥੇ ਦੇ ਲਾਅ ਨੂੰ ਸਾਨੂੰ ਪਤਾ ਹੀ ਨਹੀਂ ਹੈਗਾ। we get every ਸਭ ਕੁਝ ਇੱਥੇ ਮਿਲਦਾ ਜੀ। ਅਗਰ ਅਸੀਂ, ਕਈਆਂ ਨੂੰ ਪਤਾ ਨਹੀਂ ਹੈਗਾ, ਇਸ ਕਰਕੇ ਮੈਂ ਦੱਸ ਰਿਹਾ। you get, ਅਗਰ ਤੁਹਾਨੂੰ ਹਸਬੈਂਡ ਤੁਹਾਡਾ ਤੰਗ ਕਰਦਾ ਹੈਗਾ ਨਾ, ਤੁਹਾਨੂੰ ਹਰ ਤਰ੍ਹਾਂ ਦੀ ਹੈਲਪ ਮਿਲਦੀ ਹੈਗੀ ਆ, ਫਾਈਨੈਂਸ਼ੀਅਲ ਏਡ, ਸਾਰਾ ਕੁਝ। ਘਰ ਵੀ ਰਹਿਣੇ ਤੱਕ ਤੁਹਾਨੂੰ ਫ੍ਰੀ ਮਿਲ ਸਕਦਾ ਹੈਗਾ, ਇਫ ਇਟ ਇਜ਼ ਪ੍ਰੂਵਨ ਦੈਟ ਕਿ ਹਾਂ ਵਾਕਈ ਤੁਹਾਡੇ ਨਾਲ ਵਾਇਲੈਂਸ, ਇਹ ਟੌਰਚਰ ਕੋਈ ਤੁਹਾਨੂੰ ਕਰ ਰਿਹਾ ਹੈਗਾ। ਯੂ ਗੈਟ ਐਵਰੀਥਿੰਗ। ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹੈਗਾ, ਬਿਕੋਜ਼ ਹੋਰ ਵੀ ਹੈਗੇ ਨੇ। ਇਹ ਗੱਲ ਤਾਂ ਬਹੁਤ ਵੈਸੇ ਡੀਟੇਲ ਦੇ ਵਿੱਚ ਕਰਨੇ ਵਾਲੀ, ਡੀਟੇਲ 'ਚ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਇਕੱਠੇ ਹੋ ਕੇ ਬਈਏ, ਪਰ ਵੀ ਡੋਨਟ ਡੂ ਦੈਟ। ਸੋ ਜਿਵੇਂ ਡਾਕਟਰ ਕੋਚਰ ਜੀ, ਮਿਸਿਸ ਕੋਚਰ ਜੀ, ਉਹਨਾਂ ਨੇ ਕਿਹਾ ਕਿ we don't do nothing for our community, that's it, and we need to get unite। ਇਕਮੁੱਠ ਹੋ ਕੇ ਨਾ, ਇਹ ਕੁਛ ਨਹੀਂ। ਸੋ ਜਦੋਂ ਅਸੀਂ ਸਾਡੀ ਇੱਕ ਇਹੋ ਜਿਹੀ ਸੰਸਥਾ ਬਣ ਜਾਏਗੀ, ਅਫਕੋਰਸ ਸਾਡੇ ਕੋਲ ਆਣਗੇ ਲੋਕੀ ਹੈਲਪ ਲੈਣ, ਪਰ ਉਹ ਜਦੋਂ ਕੋਈ ਹੈ ਹੀ ਨਹੀਂ, ਬਟ ਪੀਪਲ ਮੇਕ ਫਨ ਆਫ ਅਦਰ ਪੀਪਲ। ਬਹੁਤ ਵੱਡੀ, ਆਈ ਮੀਨ ਵੀ ਕੈਨ ਨਾਟ ਡਿਸਕਸ ਦਿਸ ਇਨ, ਏਦਾਂ ਨਹੀਂ ਗੱਲ ਕਰ ਸਕਦੇ ਹੈਗੇ। ਹੈਵ ਟੂ ਹੈਵ ਮੀਟਿੰਗਸ। ਇਹ ਸਾਰਾ ਕੁਛ ਇੱਕ ਇਹੋ ਜਿਹੀ ਐਸੋਸੀਏਸ਼ਨ ਬਣਾਉਣੀ ਚਾਹੀਦੀ ਆ, ਜਿੱਦਾਂ ਗੁਰਦੁਆਰੇ ਵਿੱਚ ਵੀ ਬਣਾਉਣੀ ਚਾਹੀਦੀ ਹੈਗੀ। ਉਹਨਾਂ ਨੂੰ ਅਫਕੋਰਸ ਸਾਰੇ ਪਾਰਟਿਸਿਪੇਟ ਕਰਨਗੇ, ਸਾਰੇ ਹੀ ਡੋਨੇਟ ਕਰਨਗੇ, ਬਟ I don't want to say anything, ਕਿਉਂਕਿ ਅਸੀਂ ਉੱਧਰ ਨੂੰ ਸਾਡੀ ਸੋਚ ਹੀ ਨਹੀਂ ਹੈਗੀ। ਇਸ ਕਰਕੇ ਇਹ ਜਿਹੜਾ ਕ੍ਰਾਈਮ ਵਧੀ ਜਾ ਰਿਹਾ ਹੈਗਾ, and people are getting tortured, that's all I gotta say। but ਅਸੀਂ ਬਚ ਸਕਦੇ ਹਾਂ, ਬਚ। Another thing I want to say, देखो बड़ा simple है to start। ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਕਿੰਨੇ ਸੋਸ਼ਲ ਰਿਫਾਰਮ ਕੀਤੇ ਉਦੋਂ। ਆ ਜਿਹੜੀ ਸਤੀ ਪ੍ਰਥਾ ਵਗੈਰਾ ਸਾਰਾ ਕੁਝ ਉਹਨਾਂ ਨੇ ਰਿਫਾਰਮ ਕੀਤੇ। ਅੱਜ ਕੱਲ ਦੇ ਗੁਰਦੁਆਰੇ ਦੇ ਵਿੱਚ ਸੋਸ਼ਲ ਰਿਫਾਰਮ ਦੀ ਕਿਹੜੀ ਗੱਲ ਹੋ ਰਹੀ? ਕਮੇਟੀਆਂ ਦੀ ਲੜਾਈ ਹੋ ਰਹੀ। that's about it, right? ਖੜੇ ਹੋ ਕੇ ਉੱਥੇ ਸੈਕਟਰੀ ਨੂੰ ਇਹ ਕਹਿਣਾ ਚਾਹੀਦਾ ਕਿ ਵੀ ਇਸ ਤਰ੍ਹਾਂ not only our community, ਕੋਈ ਵੀ ਕਮਿਊਨਿਟੀ 'ਚ ਵੀ ਡੋਮੈਸਟਿਕ ਵਾਇਲੈਂਸ ਹੋ ਰਹੀ ਜਾਂ ਕ੍ਰਾਈਮ ਹੋ ਰਿਹਾ, ਉਹਦੇ ਲਈ ਤੁਸੀਂ keep your eyes open, ਆਪਣੇ ਨੇਬਰਸ ਦਾ ਖਿਆਲ ਕਰੋ, ਤੁਸੀਂ ਸੁਣੋ ਉਹਨਾਂ ਦੀ। ਉਹਦੇ ਨਾਲ ਕੀ ਹੋਊਗਾ, ਜਿਹੜਾ ਬੰਦਾ ਕਰ ਰਿਹਾ ਨਾ ਡੋਮੈਸਟਿਕ ਵਾਇਲੈਂਸ, ਉਹਨੂੰ ਥੋੜਾ ਜਿਹਾ ਡਰ ਹੋਣਾ ਸ਼ੁਰੂ ਹੋ ਜਾਏਗਾ ਕਿ ਮੈਂ ਕੀਤਾ ਤਾਂ ਉੱਥੇ ਗੁਰਦੁਆਰੇ 'ਚ ਅਨਾਉਂਸਮੈਂਟਸ ਹੋ ਜਾਂਦੀਆਂ। ਇਹ ਨਹੀਂ ਕਿ ਉਹਦਾ ਨਾਂ ਲੈ ਕੇ ਕਹਿਣਾ ਕਿ ਵੀ ਉੱਥੇ ਅਵੇਅਰਨੈਸ ਹੋ ਰਹੀ ਹੈ, ਉੱਥੋਂ ਹੀ ਸ਼ੁਰੂ ਕਰ ਲਓ। ਕੋਈ there is nothing, ਠੀਕ ਹੈ, ਕੀਰਤਨ ਹੋਣਾ ਚਾਹੀਦਾ, ਕਥਾ ਹੋਣੀ ਚਾਹੀਦੀ, ਸਭ ਕੁਝ ਹੋਣਾ ਚਾਹੀਦਾ। 5-7 ਮਿੰਟ ਇੱਧਰ ਵੀ ਲਾਓ। ਇਹ ਵੀ ਕਮਿਊਨਿਟੀ ਦੀ ਸੇਵਾ, ਆਪਣੇ ਸਾਰੇ ਗੁਰੂ ਸਾਹਿਬ ਨੇ ਕਮਿਊਨਿਟੀ ਦੀ ਸੇਵਾ ਸਿਖਾਈ ਹੈ। ਮੈਂ ਇੱਕ ਵਾਰੀ ਬੜੇ ਸਾਲ ਪਹਿਲਾਂ ਕਮੇਟੀ ਸੀ, ਤਾਂ ਮੈਂ ਕਿਹਾ ਸੀ ਇੱਕ ਫੰਡ ਖੋਲੋ, ਹੈਲਪ ਫੰਡ,
ਰਾਈਟ। ਤੁਸੀਂ ਲੰਗਰ 'ਚ 4 ਚੀਜ਼ਾਂ ਨਾ ਬਣਾਓ, ਇੱਕ ਚੀਜ਼ ਜਿਹਨੂੰ ਕਹੋ ਜਿਹੜੇ ਕਿ ਵੀ ਮੈਂ ਇੱਕ ਚੀਜ਼ ਡ੍ਰੌਪ ਕਰ ਰਿਹਾ, ਅੱਜ ਮੈਂ ਡਿਜ਼ਰਟ ਨਹੀਂ ਬਣਾਉਣਾ, ਉਹਦੇ ਜਿੰਨੇ ਪੈਸੇ ਬਚੇ ਉਹਦੇ 'ਚ ਪਾ ਦਿਓ, 70 80 100 ਡਾਲਰ ਜਿੰਨੇ ਬਚੇ ਉਹਦੇ 'ਚ ਪਾ ਦਿਓ, ਹੈਲਪ ਫੰਡ ਇਕੱਠਾ ਕਰੋ। ਇੰਡੀਆ 'ਚ ਇੰਨੀ ਪਾਵਰਟੀ ਹੈ, ਪੰਜਾਬ 'ਚ ਕਿੰਨੀ ਪਾਵਰਟੀ ਹੈ, ਜ਼ਰੂਰੀ ਤਾਂ ਨਹੀਂ ਕਿ ਸੁਨਾਮੀ ਆਣੀ ਹੈ ਤਾਂ ਉੱਥੇ ਐਸੋਸੀਏਸ਼ਨਸ ਆਉਣਗੀਆਂ। ਜਿਹੜੇ ਘਰ ਜਿਹੜਾ ਕੱਲਾ ਪਿੰਡ 'ਚ ਘਰ ਕੋਈ ਗਰੀਬ ਹੈ ਉਹਨੂੰ ਉਹ ਸੁਨਾਮੀ ਵੱਲ ਕੀ ਕਰੇ, ਕੋਈ ਐਸੋਸੀਏਸ਼ਨ ਨਹੀਂ ਆਏਗੀ ਉਹਨੂੰ ਪੁੱਛਣ। ਹੈਲਪ ਫੰਡ ਬਣਾਓ ਤੇ ਉਹਨੂੰ ਦੇ ਆਓ। ਵਾਈ ਕਾਂਟ देयर बी ਹਰ ਗੁਰਦੁਆਰੇ 'ਚ ਹੈਲਪ ਫੰਡ ਹੋਏ। ਤੁਸੀਂ ਦੇਖੋ ਕਿੰਨੇ ਗੁਰਦੁਆਰੇ ਹੈ, ਇਮੇਜਿਨ ਕਿੰਨਾ ਪੈਸਾ ਇਕੱਠਾ ਹੋ ਜਾਏ। and that help fund is not for anything else, koi building waste nahi, kise waste nahi hai, that is only to help people who need it. Why can't they make help fund? ek ki aukha committee kyun nahi kar sakdi? hai nahi udhar dhyan hi nahi hai. ठीक है And it's not hard, we can start. ਜਸਵੀਰ ਜੀ, why can't we start? हाँ जी सर, हाँ जी ਜਸਵੀਰ ਜੀ, ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਇਹਦੇ ਵਿੱਚ। हाँ जी ਆਪਣਾ ਜਿਮ ਭੋਲਾ ਭਾਜੀ ਨੇ ਇੱਕ ਗੱਲ ਕਹੀ ਸੀ, ਕਾਉਂਸਲਿੰਗ ਦੀ ਗੱਲ ਹੋਈ ਨਾ ਮੈਮ ਨੇ ਵੀ, ਤਾਂ ਕਾਉਂਸਲਿੰਗ ਦਾ ਤੁਹਾਨੂੰ ਪਤਾ ਕਿ ਮੈਂ ਇੱਥੇ ਕਾਉਂਸਲਿੰਗ ਨਾਲ ਜੁੜਿਆ ਹੋਇਆ ਕਾਫੀ ਸਾਲਾਂ ਤੋਂ। ਤਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਕੀ ਪ੍ਰੋਬਲਮ ਹੈਗੀ ਆ ਕਿ ਜੇ ਬੰਦਾ ਥੋੜਾ ਜਿਹਾ ਬਿਮਾਰ ਹੁੰਦਾ, ਸਿਰ ਦੁਖਦਾ, ਕੋਲਡ ਵੀ ਹੁੰਦਾ, ਜਿਹਨੂੰ ਕਿ ਡਾਕਟਰ ਕਹਿੰਦੇ 7 ਦਿਨ 'ਚ ਠੀਕ ਹੋ ਜਾਣਾ, ਤੇ ਬੰਦਾ ਡਾਕਟਰ ਕੋਲੇ ਇਮੀਡੀਏਟਲੀ ਭੱਜਿਆ ਜਾਂਦਾ। ਕਾਉਂਸਲਿੰਗ ਦੇ ਵਿੱਚ ਪਤਾ ਨਹੀਂ ਕੀ ਹੈਜ਼ਿਟੇਸ਼ਨ ਆ। ਜਿਹੜੀ ਮੇਰੇ ਕੋਲੇ ਕਾਉਂਸਲਿੰਗ ਦੇ ਕੇਸ ਆਉਂਦੇ ਨੇ ਉਹ ਪਾਰਟਿਕੂਲਰ ਸਿਰਫ ਬੱਚਿਆਂ ਦੇ ਆਉਂਦੇ ਨੇ ਕਿ ਬੱਚਾ ਪੜ੍ਹਦਾ ਨਹੀਂ, ਜਾਂ ਬੱਚਾ ਡਰੱਗਸ ਲੈ ਰਿਹਾ, ਜਾਂ ਬੱਚਾ ਵਿਗੜ ਗਿਆ ਸਾਡੇ ਕਹਿਣੇ ਤੋਂ ਬਾਹਰ ਆ। ਨਾ ਤਾਂ ਇਕਨੋਮਿਕ ਕਾਜ਼ਸ ਦੀ ਕਾਉਂਸਲਿੰਗ ਲਈ ਕੋਈ ਆਉਂਦਾ ਹੈਗਾ, ਵੀ ਜਿਵੇਂ ਮੰਨ ਲਓ ਬਿਜ਼ਨਸ 'ਚ ਕੋਈ ਘਾਟਾ ਪੈ ਰਿਹਾ, ਬੰਦਾ ਡਿਪਰੈਸ਼ਨ ਜਾ ਰਿਹਾ, ਉਹ ਦਾਰੂ ਪੀਣ ਲੱਗ ਜਾਂਦਾ, ਸ਼ਰਾਬ, ਪਰ ਉਹ ਇਹ ਨਹੀਂ ਸੋਚਦਾ ਕਿ ਮੈਂ ਕਾਉਂਸਲਿੰਗ ਲੈ ਕੇ ਆਪਣੀ ਮੈਂਟਲ ਸਪੋਰਟ ਲਵਾਂ। ਤੇ ਜਿਹੜੀ ਤੁਸੀਂ ਇਹ ਡੋਮੈਸਟਿਕ ਵਾਇਲੈਂਸ ਦੀ ਕਾਉਂਸਲਿੰਗ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਤਾਂ ਇੰਨੀ ਕਿ ਹੈਜ਼ਿਟੇਸ਼ਨ ਆ, ਜਾਂ ਡਰ ਆ, ਕਿ ਡਰਦਾ ਹੀ ਨਹੀਂ ਬੰਦਾ ਆਉਂਦਾ ਕਿ ਮੇਰੇ ਨਾਲ ਦੇ ਬੰਦੇ ਨੂੰ ਜਾਂ ਜਿਹੜਾ ਮੇਰੇ ਤੇ ਵਾਇਲੈਂਸ ਕਰ ਰਿਹਾ ਉਹਨੂੰ ਪਤਾ ਨਾ ਲੱਗ ਜੇ। ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਆ ਕਿ ਕਾਉਂਸਲਿੰਗ ਦੇ ਵਿੱਚ ਸਾਡੇ ਮਨਾਂ 'ਚ ਸਿਰਫ ਇਹ ਬੈਠੀ ਹੋਈ ਆ ਗੱਲ ਕਿ ਬੱਚੇ ਲਈ ਕਾਉਂਸਲਿੰਗ ਲੈਣੀ ਆ, ਕਿ ਬੱਚਾ ਪੜ੍ਹਨ ਜ਼ਿਆਦਾ ਕਿਵੇਂ ਲੱਗ ਜੇ, ਬੱਚਾ ਵਿਗੜ ਨਾ ਜਾਵੇ, ਜਾਂ ਵਿਗੜਿਆ ਤਾਂ ਠੀਕ ਕਿਵੇਂ ਹੋ ਜੇ। ਇਕਨੋਮਿਕ ਕਾਰਨਾਂ ਦੀ ਵੀ ਅਸੀਂ ਕਾਉਂਸਲਿੰਗ ਬਿਲਕੁਲ ਨਹੀਂ ਲੈ ਰਹੇਗੇ, ਵੀ ਜੇ ਕੋਈ ਘਾਟਾ ਪੈ ਰਿਹਾ ਬਿਜ਼ਨਸ ਜਾਂ ਕੋਈ ਲਾਸ ਹੋ ਰਿਹਾ ਤਾਂ ਉਹਦੇ ਨਾਲ ਫੈਮਿਲੀ ਦੇ ਉੱਤੇ ਨੈਗੇਟਿਵ ਇਫੈਕਟ ਪੈ ਰਹੇ ਨੇ, ਬਟ ਕੋਈ ਕਾਉਂਸਲਿੰਗ ਨਹੀਂ। ਅਸੀਂ ਕਾਫੀ ਸਾਲਾਂ ਤੋਂ ਕਾਉਂਸਲਿੰਗ ਕਰ ਰਹੇ ਹਾਂ, ਸਾਡਾ ਸਕਸੈਸ ਰੇਟ ਬਹੁਤ ਵਧੀਆ ਹੈਗਾ ਸਾਡੀ ਟੀਮ ਦਾ, ਬਟ ਇਹ ਇੱਕ ਫੈਕਟਰ ਵੀ ਹੈ ਕਿ ਕਾਉਂਸਲਿੰਗ ਦੇ ਵਿੱਚ ਅਸੀਂ ਬਹੁਤ ਹੈਜ਼ਿਟੇਸ਼ਨ ਕਰਦੇ ਹਾਂ। हाँ जी थैंक यू ਅਸੀਂ ਐਕਸੈਪਟ ਹੀ ਨਹੀਂ ਕਰ ਰਹੇ ਇਸ ਚੀਜ਼ ਨੂੰ। ਹਾਂਜੀ, ਵੀ ਕਾਉਂਸਲਿੰਗ ਵੀ ਇੱਕ ਟ੍ਰੀਟਮੈਂਟ ਹੋ ਸਕਦਾ। हाँ जी प्रोफैसर रवि थैंक यू। ਸਾਡੇ ਨਾਲ ਜੁਆਇਨ ਕੀਤਾ ਗੁਰਮੀਤ ਕੌਰ ਭੈਣ ਜੀ ਨੇ, ਤੇ हाँ जी ਗੁਰਮੀਤ ਕੌਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਲਾਸਟ 2 ਮਿੰਟ ਦੇ ਵਿੱਚ ਆਪਣੇ ਕੋਲ ਹੈਗੇ ਆ 2-3 ਮਿੰਟ ਹੋਰ, ਮੈਂ ਕਿਹਾ ਨਹੀਂ ਹੈ ਤਾਂ हाँ जी ਓਕੇ। हाँ जी ਨਵਦੀਪ ਸਿੰਘ ਗੁਰਾਇਆ ਭਾਜੀ, ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਦੇ ਬਾਰੇ 'ਚ? ਕੀ ਆਪਾਂ ਕਰ ਸਕਦੇ ਹਾਂ ਪ੍ਰੈਕਟੀਕਲੀ, ਕੁਝ ਕਰਨਾ ਚਾਹੁੰਦੇ ਹਾਂ ਅਸੀਂ ਤਾਂ ਕਿ ਕੋਈ ਫਾਇਦਾ ਹੋਏ, ਨਾ ਕਿ ਸਿਰਫ ਜਸਟ ਡਿਸਕਸ਼ਨ ਕਰਕੇ ਛੱਡ ਦਈਏ, ਕੋਈ ਕਿਸੇ ਨੂੰ ਪ੍ਰੈਕਟੀਕਲੀ ਕੋਈ ਕਰਕੇ ਜਾਈਏ ਵੀ ਕੁਛ ਨਾ ਕੁਛ, ਤਾਂ ਕਿ ਕਮਿਊਨਿਟੀ ਇਨ ਫਿਊਚਰ ਯਾਦ ਕਰੇ ਬਈ ਕੋਈ ਹੈਲਪਲਾਈਨ ਅਵੇਲੇਬਲ ਹੋਵੇ। ਹਾਂਜੀ ਨਵਦੀਪ ਸਿੰਘ। ਹਾਂਜੀ ਭਾਈ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਹਾਂਜੀ ਥੈਂਕ ਯੂ, ਬਹੁਤ ਬਹੁਤ ਤੁਸੀਂ ਸਾਡੀ ਅਵੇਅਰਨੈਸ ਲੈ ਕੇ ਆਏ ਹੋ। ਬਾਕੀ ਜਿੰਨੇ ਵੀ ਬੁਲਾਰੇ ਸਾਰੇ ਬੋਲ ਕੇ ਗਏ, ਵਧੀਆ ਬੋਲ ਕੇ ਗਏ ਆ। ਹਾਂਜੀ ਤੇ ਜਸਟਿਸ ਸਾਰਿਆਂ ਨੂੰ ਚਾਹੀਦਾ ਭਾਜੀ, ਕਿਸੇ ਤੇ ਜ਼ੁਲਮ ਕਰਨਾ ਵੀ ਪਾਪ ਆ ਤੇ ਸਹਿਣਾ ਵੀ ਪਾਪ ਆ। ਬਾਕੀ ਜ਼ਰੂਰ ਹੋਣੀ ਚਾਹੀਦੀ ਆ ਗੁਰਦੁਆਰਿਆਂ 'ਚ, ਜਿਵੇਂ ਆਪਣਾ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਕਿ ਫੰਡਸ ਅਵੇਲੇਬਲ ਹੋਣੇ ਚਾਹੀਦੇ। ਵੈਸੇ ਤੇ ਸੰਗਤ ਦੇ ਹੀ ਗੁਰਦੁਆਰੇ ਆ ਤੇ ਜੇ ਫੰਡਸ ਤੇ ਆਲਮੋਸਟ ਹੁੰਦੇ ਹੀ ਆ, ਪਰ ਇਹ ਵਰਤਣੇ ਚਾਹੀਦੀ ਆ ਮੈਨੇਜਮੈਂਟ ਕਮੇਟੀਆਂ ਨੂੰ, ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਵਾ। ਤੇ ਛੋਟੇ ਮੋਟੇ ਜਿਹੜੇ ਏਦਾਂ ਹਲਕੇ ਫੁਲਕੇ ਜਿਹੜੇ ਕੇਸ ਆ, ਜਿਸ ਤੋਂ ਸਟਾਰਟ ਹੁੰਦੀ ਹੈ ਕੰਮ, ਡਿਜ਼ੀਜ਼ ਹੀ ਕਹਿ ਸਕਦੇ ਇਹਨੂੰ ਜੀ, ਤੇ ਆਪਣਾ ਇਹਨਾਂ ਨੂੰ ਗੁਰਦੁਆਰਿਆਂ ਨੂੰ ਵਿੱਚ ਲਿਆ ਕੇ ਆਪਣਾ ਜਿਹੜੇ ਮੋਹਤਵਰ ਬੰਦੇ ਆ ਉਹਨਾਂ ਨੂੰ ਸੁਲਝਾਉਣਾ ਚਾਹੀਦਾ, ਪਰਿਵਾਰਾਂ ਨੂੰ, ਦੋਵਾਂ ਤਰ੍ਹਾਂ ਨੂੰ ਬੁਲਾ ਕੇ। ਤੇ ਇਦਾਂ ਦੀ ਅਵੇਅਰਨੈਸ ਹੀ ਆ ਭਾਜੀ। ਬਾਕੀ ਅਵੇਅਰਨੈਸ ਇਹ ਵੀ ਆ, ਲੋਕਾਂ ਨੂੰ ਖੁਦ ਵੀ ਜਾਣੂ ਹੋਣਾ ਚਾਹੀਦਾ। ਜਿਹੋ ਜਿਹੇ ਹੁਣ ਬਾਹਰ ਕੰਟਰੀਆਂ 'ਚ ਅਸੀਂ ਰਹਿ ਰਹੇ ਹਾਂ, ਇੱਥੇ ਬੜਾ ਕੁਛ ਹੈਗਾ, ਬੜੇ ਬੜੇ ਰਾਈਟਸ ਹੈਗੇ। ਆਪਣੇ ਰਾਈਟਸ ਨਹੀਂ ਜਦੋਂ ਯੂਜ਼ ਕਰਦੇ, ਉਹਨਾਂ ਨੂੰ ਆਪਣੇ ਰਾਈਟਸ ਯੂਜ਼ ਕਰਨੇ ਚਾਹੀਦੇ। ਹੁਣ ਤੁਹਾਡਾ ਚੈਨਲ ਹੈਗਾ ਵਾ, ਇਨਫੋਰਮੇਸ਼ਨ ਗਰੁੱਪ ਆ, ਇੱਦਾਂ ਦੇ ਜਿਹੜੇ ਚੰਗੇ ਚੈਨਲ ਆ ਜਿਹੜੇ ਮਤਲਬ ਕਿ ਆਪਣਾ ਹਮੇਸ਼ਾ ਸੱਚ ਦੀ ਗੱਲ ਕਰਦੇ ਆ, ਤੁਹਾਡੇ ਤੱਕ ਕੰਟੈਕਟ ਕਰਨਾ ਚਾਹੀਦਾ ਵਾ। ਹੋਰ ਵੀ ਚੈਨਲ ਹੈਗੇ ਬੜੇ ਆਪਣੇ ਪੰਜਾਬੀ ਕਮਿਊਨਿਟੀ ਦੇ ਚੈਨਲ ਹੈ, ਉਹਨਾਂ ਨੂੰ ਕਰਨਾ ਚਾਹੀਦਾ, ਡਿਬੇਟਸ ਕਰਨੀਆਂ ਚਾਹੀਦੀਆਂ ਵਾ। ਉਹਦੇ 'ਚ ਕਾਫੀ ਮੇਰੇ ਖਿਆਲ ਪ੍ਰੋਬਲਮਾਂ ਸਾਲਵ ਹੋ ਸਕਦੀਆਂ ਭਾਜੀ ਲੋਕਲ ਏਰੀਆ ਦੇ ਵਿੱਚ। ਤੇ ਤੁਸੀਂ ਡਾਕਟਰ ਮਿਸਿਸ ਕੋਛੜ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਜਿਹੜੀ ਕੋਈ ਪ੍ਰੋਬਲਮ ਹੈ ਇਹਨਾਂ ਨੂੰ ਤੁਸੀਂ ਦੱਸੋ ਆ ਕੇ। ਅਸੀਂ ਕੋਸ਼ਿਸ਼ ਕਰਾਂਗੇ ਪ੍ਰੈਕਟੀਕਲੀ ਬਈ ਕੋਈ ਇਦਾਂ ਦਾ ਕੋਈ ਐਸੋਸੀਏਸ਼ਨ ਬਣਾਈਏ, ਤੇ ਇਹਦੇ ਬਾਰੇ ਕੋਈ ਪ੍ਰੈਕਟੀਕਲ ਕਰਨਾ ਚਾਹੁੰਦੇ ਹਾਂ ਕਿ ਨਾ ਕਿ ਸਿਰਫ ਗੱਲਾਂ ਕਰਕੇ ਛੱਡ ਦਈਏ। ਤਾਂ ਕੁਛ ਇਹਦੇ ਬਾਰੇ ਕੋਈ ਸੋਲਿਡ ਹੱਲ ਹੋਵੇ
ਤਾਂ ਕਿ ਅਸੀਂ ਕੁਝ ਕਰ ਸਕੀਏ ਰੀਅਲੀ, ਨਾ ਕਿ ਮੈਂ ਦੇਖਿਆ ਕਿ ਗੱਲਾਂ ਕਰਕੇ ਸਿਰਫ ਗੱਲ ਕਰਕੇ ਖਤਮ ਨਾ ਹੋ ਜਾਵੇ, ਇੱਥੋਂ ਕੁਝ ਕਰੀਏ ਰਿਐਲਿਟੀ ਕੁਝ ਨਾ ਕੁਝ ਕਰਨਾ ਚਾਹੁੰਦੇ ਆ। ਹਾਂਜੀ ਜਿਮ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ? ਲਾਸਟ ਭਾਜੀ ਜਿਵੇਂ ਕਿ ਨਵਦੀਪ ਭਾਜੀ ਨੇ ਹੁਣ ਇੱਕ ਗੱਲ ਕੀਤੀ ਹੈਗੀ ਆ, ਇਹ ਇਨਫੋਰਮੇਸ਼ਨ ਜਿਹੜਾ ਕਿ ਭਾਜੀ ਤੁਸੀਂ ਕ੍ਰੀਏਟ ਕੀਤਾ ਹੋਇਆ ਨਾ ਜਸਵੀਰ ਮੋਗਾ ਭਾਜੀ ਨੇ, ਅਸੀਂ ਬਹੁਤ ਵਾਰ ਹੈ ਨਾ ਮਤਲਬ ਕਿ ਕਹਿੰਦੇ ਹੈਗੇ ਕਿ ਜੁਆਇਨ ਕਰੋ, ਆਪਣਾ ਆਪ ਖੋਲ ਕੇ ਸਾਡੇ ਨਾਲ। ਕਦੀ ਮੈਂ ਨੋਟ ਕੀਤਾ ਕਿ ਜੁਆਇਨ ਹੀ ਨਹੀਂ ਕਰਦੇ। ਐਂਡ ਜਸਵੀਰ it's been created by ਜਸਵੀਰ ਮੋਗਾ ਭਾਜੀ and he's not, what is he getting? Nothing, ਹੈ ਨਾ। ਇਹ ਕਿਸਮ ਦੀ ਇਹ ਵੀ ਸੇਵਾ ਹੀ ਕਰ ਰਹੇ ਹੈਗੇ ਨੇ, ਤੇ ਇਹਨਾਂ ਦੇ ਵੱਲ ਦੇਖ ਕੇ ਬਹੁਤ ਥੋੜੇ ਹੀ ਹੈਗੇ ਆ ਅਸੀਂ ਇੱਥੇ ਜਿਹੜੇ ਕਿ ਅਸੀਂ ਨਾ we try to get connected। ਅਸੀਂ ਹਮੇਸ਼ਾ ਇਨਵਾਈਟ ਵੀ ਕਰਦੇ ਹੈਗੇ ਕਿ ਆਓ। ਜਿਹੜਾ ਸਾਡਾ ਛੋਟਾ ਜਿਹਾ ਤਾਂ ਇਹ ਸ਼ਹਿਰ ਆ ਫਿਲਾਡੈਲਫੀਆ, ਬਹੁਤ ਛੋਟੀ ਜਿਹੀ ਕਮਿਊਨਿਟੀ ਹੈਗੀ ਆ, ਪਰ ਕੋਈ ਪਾਰਟਿਸਿਪੇਟ ਹੀ ਨਹੀਂ ਕਰਦਾ ਹੈਗਾ। ਤੇ ਪਲੀਜ਼ ਰਿਕੁਐਸਟ ਹੀ ਆ ਕਿ ਅਗਰ ਜੁਆਇਨ ਕਰੋ, ਆਪਣੀਆਂ ਗੱਲਾਂ ਸ਼ੇਅਰ ਕਰੋ, ਇਹ ਵੀ ਬਹੁਤ ਵੱਡੀ ਚੀਜ਼ ਹੈਗੀ ਆ। ਦਿਸ ਇਜ਼ ਆਲ ਵਾਟ ਵੀ ਨੀਡ ਟੂ ਬਿਗਿਨ ਵਿਦ, ਤੇ ਸਭ ਕੁਝ ਹੋ ਜਾਏਗਾ। ਆਪਣੀ ਦਿਲ ਦੀ ਗੱਲ ਕਰੋ ਨਾ, ਤੇ ਫਿਰ ਆਫ ਕੋਰਸ ਅਸੀਂ ਫਿਰ ਹੀ ਕਿਸੇ ਨਾ ਕਿਸੇ ਮਤਲਬ ਕਿ ਜਗ੍ਹਾ ਮਤਲਬ ਕਿ ਕੋਈ ਡਿਸਾਈਡ ਕਰ ਸਕਾਂਗੇ ਕੀ ਕਰਨਾ, ਪਰ ਸਾਰੇ ਹੀ ਘੁੱਟਣ ਜਿਹੇ ਆਪਸ ਵਿੱਚ ਹੈਗੇ ਆ, ਤੇ ਇਟਸ ਨਾਟ ਗੋਇੰ ਟੂ ਵਰਕ। ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਨਾ ਤਾਂ ਫਿਰ ਉਹ ਵਾਇਲੈਂਸ ਨਹੀਂ ਰਹਿਣੀ ਹੈ ਇਸ ਤਰ੍ਹਾਂ। ਇਹ ਸਵਾਲ ਦਾ ਜਵਾਬ ਦੇ ਵਿੱਚ ਹੈਲਪ ਚਾਹੀਦੀ ਤੁਹਾਡੀ, ਵੀ ਉੱਥੇ ਜਾ ਕੇ ਅਸੀਂ ਹਰ ਚੀਜ਼ 'ਚ ਮਾਡਰਨ ਬਣ ਗਏ, ਹਰ ਚੀਜ਼ ਦੇ ਵਿੱਚ ਅਸੀਂ ਉਹਨਾਂ ਵਰਗੇ ਬਣ ਗਏ, ਪਰ ਉਹ ਕਿਹੜਾ ਕਾਰਨ ਆ ਵੀ ਜਿਹਦੇ ਵਿੱਚ ਸਾਡੀ ਸੋਚ ਨਹੀਂ ਬਦਲਦੀ ਜਾ ਕੇ। ਔਰ ਇੱਕ ਗੱਲ ਹੋਰ ਕਹਿ ਦਵਾਂ ਤੁਹਾਨੂੰ ਕਿ ਮੁੰਡਾ ਹੋਣ ਦੀ ਦਵਾਈ ਵਾਲਾ ਕੋਲ ਤੇ ਐਸਟ੍ਰੋਲੋਜਰ ਕੋਲ ਪੁੱਛ ਲਿਓ, ਜੇ ਉਹਦੇ ਕੋਲ 100 ਕਲਾਇੰਟ ਮੁੰਡੇ ਹੋਣ ਲਈ ਆਇਆ ਹੋਊਗਾ ਨਾ, ਸ਼ਾਇਦ ਉਹਦੇ ਵਿੱਚ 70 ਜਿਹੜੇ ਨੇ ਉਹ ਬਾਹਰ ਦੇ ਹੋਣਗੇ। ਇਹ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ, ਪਰ ਇਹ ਇੱਕ ਬੜਾ ਵੱਡਾ ਸਵਾਲ ਆ ਸਾਨੂੰ ਜਿਹਦਾ ਜਵਾਬ ਲੱਭਣਾ ਚਾਹੀਦਾ ਵੀ ਅਸੀਂ ਜਾ ਕੇ ਫਿਰ ਵੀ ਸੋਚ ਕਿਉਂ ਨਹੀਂ ਇਸ ਪਰਟੀਕੁਲਰ ਮਾਮਲੇ 'ਚ। ਸਾਡੀ ਖੁਰਾਕ ਉਹਨਾਂ ਵਰਗੀ ਹੋ ਗਈ, ਅਸੀਂ ਖੁਰਾਕ ਵੀ ਉਹਨਾਂ ਵਰਗੀ, ਦੇਖੋ ਅਸੀਂ ਹਰ ਇੱਕ ਚੀਜ਼ ਨੂੰ ਕਾਪੀ ਕਰ ਰਹੇ। ਇਵਨ ਏਦਾਂ ਵੀ ਹੈ ਕਿ ਬੰਦੇ ਦੇਖਣ ਨੂੰ ਵੀ ਅੰਗਰੇਜ਼ ਲੱਗਦੇ ਆ ਜਿਹੜੇ 20-20 ਸਾਲ ਪਹਿਲਾਂ ਦੇ ਗਏ ਆ, ਹਰ ਚੀਜ਼ ਉਹਨਾਂ ਵਰਗੀ ਹੋ ਗਈ, ਪਰ ਸੋਚ ਕਿੱਥੇ ਆ? ਇਹਦਾ ਕਾਰਨ ਕੀ ਆ? ਹਾਂਜੀ ਆਪਣੇ ਲਾਸਟ 1-2 ਮਿੰਟ ਹੈਗੇ। ਹਾਂਜੀ ਆਪਣੇ ਡਾਕਟਰ ਮਿਸਿਸ ਕੋਸ਼ਟ ਕੁਝ ਕਹਿਣਾ ਚਾਹੋਗੇ? ਫਿਰ ਆਪਾਂ ਹਾਂਜੀ ਈਗੋ। ਹਾਂਜੀ self very highly inflated ego which doesn't go away। ਹਾਂਜੀ ਬਸ ਈਗੋ ਦੀ ਪ੍ਰੋਬਲਮ ਹੈ। ਤੇ ਠੀਕ ਹੈ, ਹੁਣ ਆਪਾਂ ਇਹਨੂੰ ਸਮਰਾਈਜ਼ ਦੇ ਐਂਡ ਦੇ ਵਿੱਚ ਕਰਨ ਲੱਗੇ ਆ, ਦੀ ਐਂਡ ਇਹਦਾ, ਤੇ ਪਰ ਅਸੀਂ ਕੁਝ ਪ੍ਰੈਕਟੀਕਲੀ ਕਰਨਾ ਚਾਹੁੰਦੇ ਆ ਤੇ ਜ਼ਰੂਰ ਕੁਝ ਕਰਾਂਗੇ ਤਾਂ ਕਿ ਸਾਡੇ ਕੋਲ ਇੱਥੇ ਲੋਕਲ ਇਹੋ ਜਿਹਾ ਕੋਈ ਡੋਮੈਸਟਿਕ ਕੇਸ ਵਾਇਲੈਂਸ ਨਾ ਹੋਵੇ। ਤੇ ਫਿਰ ਅਪੀਲ ਕਰਦੇ ਆ ਕਿ ਜੇ ਕੋਈ ਵੀ ਡੋਮੈਸਟਿਕ ਵਾਇਲੈਂਸ ਕਰਦਾ ਸਾਨੂੰ ਦੱਸੋ, ਅਸੀਂ ਕੁਛ ਨਾ ਕੁਛ ਜਿੰਨਾ ਆਪਣਾ ਕੋਈ ਐਸੋਸੀਏਸ਼ਨ ਫੰਡ ਕਰਾਂਗੇ ਤਿਆਰ ਇੱਥੇ ਆਪਣੇ ਲੋਕਲ ਏਰੀਆ ਕਮਿਊਨਿਟੀ ਦੇ ਵਿੱਚ, ਤਾਂ ਕਿ ਅਵੇਅਰਨੈਸ ਪੈਦਾ ਕਰੀਏ ਕਿ ਜ਼ੁਲਮ ਕਰਨਾ ਵੀ ਪਾਪ ਹੈ ਕਿ ਸਹਿਣਾ ਵੀ ਪਾਪ। ਚਾਹੁੰਦੇ ਕਿ ਇਹੋ ਜਿਹਾ ਕੇਸ ਸਾਡੇ ਲੋਕਲ ਏਰੀਆ ਵਿੱਚ ਕਮਿਊਨਿਟੀ 'ਚ ਨਾ ਹੋਵੇ, ਇੱਦਾਂ ਦੀ ਕੋਈ ਪ੍ਰੋਬਲਮ ਨਾ ਆਵੇ। ਬਸ ਤੁਸੀਂ ਸ਼ਾਈ ਨਾ ਕਰੋ, ਜੇ ਕਿਸੇ ਨੂੰ ਪ੍ਰੋਬਲਮ ਹੈ ਸਾਡੇ ਗਰੁੱਪ 'ਚ ਦੱਸੋ, ਸ਼ੇਅਰ ਕਰੋ ਬਸ, ਬਾਕੀ ਅਸੀਂ ਆਪੇ ਸੰਭਾਲਾਂਗੇ। ਕਿਉਂ ਨਹੀਂ, ਕਿਉਂ ਕੌਣ ਕੋਈ ਵਾਇਲੈਂਸ ਇੱਥੇ ਅਮਰੀਕਾ 'ਚ ਕੋਈ ਵਾਇਲੈਂਸ ਕਰ ਨਹੀਂ ਸਕਦਾ ਕਿਸੇ ਤੇ, ਕਿਉਂ ਸਹਿਣਾ ਵੀ ਪਾਪ ਹੈ ਤੇ ਕਰਨਾ ਵੀ ਪਾਪ ਹੈ। ਹਾਂਜੀ ਉਹਨਾਂ ਨੂੰ ਕਹੋ it will not be made public, it will be very confidential। ਠੀਕ ਹੈ। ਉਹ they need that assurance, ਉਹਨਾਂ ਨੂੰ assurance ਚਾਹੀਦੀ ਹੈ ਕਿ ਹਾਂਜੀ confidential ਹੋਣਾ ਚਾਹੀਦਾ ਸਭ ਕੁਝ। ਹਾਂਜੀ ਸਿਰਫ confidential ਹੋਊਗਾ। ਤੁਸੀਂ ਆਪਣੇ ਡਾਕਟਰ ਮਿਸਿਸ ਕੋਸ਼ਟ ਨਾਲ ਤੇ ਤੁਸੀਂ ਜਿਹੜੇ ਜਿਵੇਂ ਹੁੰਦੇ ਨਾ ਗੈਗ ਆਰਡਰ ਲਾ ਦਿੰਦੇ ਕੋਰਟ ਵਾਲੇ ਕਿ ਬਾਹਰ ਜਾ ਕੇ ਗੱਲ ਨਹੀਂ ਕਰ ਸਕਦੇ, ਉਹ ਗੈਗ ਆਰਡਰ ਲਾਓ। ਜਿਹੜਾ ਬੰਦੇ ਨੂੰ ਪਤਾ ਨਾ ਉਹਦੇ ਤੇ ਗੈਗ ਆਰਡਰ ਲੱਗੇ ਕਿ ਵੀ ਇਹ ਬਾਹਰ ਕਿਸੇ ਹੋਰ ਨਾਲ ਗੱਲ ਨਹੀਂ ਕਰ ਸਕਦਾ ਜੇ ਉਹਨੇ ਕਿਸੇ ਨੇ ਸ਼ੇਅਰ ਕੀਤਾ ਤਾਂ। ਠੀਕ ਹੈ, ਹਾਂਜੀ ਕੁਛ ਨਾ ਕੁਛ ਬਿਲਕੁਲ। ਐਂਡ ਥੈਂਕਸ ਫॉर ਜੁਆਇਨਿੰਗ एवरीवन। ਤੇ ਵਾਂਸ ਅਗੇਨ ਆਪਾਂ ਮਿਲਾਂਗੇ ਨੈਕਸਟ ਮੰਥ। ਇਹਦੇ ਬਾਰੇ ਆਪਾਂ ਜਿਹੜਾ ਅੱਜ ਦਾ ਟੌਪਿਕ ਸੀ ਇਹਦੇ 'ਚ ਆਪਾਂ ਗਾਂ ਹੋਰ ਐਡਵਾਂਸ ਕਰਾਂਗੇ। ਇਹਦੇ ਬਾਰੇ ਜੋ ਕੁਝ ਦੱਸਿਆ ਕਿ ਗੁਰੂ ਘਰ ਦੇ ਵਿੱਚ ਵੀ ਕੋਈ ਇਹੋ ਜਿਹੀ ਐਸੋਸੀਏਸ਼ਨ ਫੰਡ ਮੈਂ ਸ਼ੇਅਰ ਕਰੂੰਗਾ ਆਪਣੇ ਸੈਕਟਰੀ ਸਾਹਿਬ ਨਾਲ ਵੀ ਕੁਛ ਆਪਾਂ ਕਰੀਏ ਤਾਂ ਕਿ ਕਮਿਊਨਿਟੀ ਦੇ ਵਿੱਚ ਗੁਰੂ ਘਰ ਦੇ ਵਿੱਚ ਕੋਈ ਇੱਦਾਂ ਦੇ ਫੰਡ ਤਿਆਰ ਕੀਤੇ ਜਾਣ, ਕਿਸੇ ਨੂੰ ਲੋੜ ਪਵੇ ਹੈਲਪ ਅਵੇਲੇਬਲ ਹੋਵੇ, ਰਾਈਡਲੀ ਅਵੇਲੇਬਲ ਹੋਵੇ। ਤੇ ਬਾਕੀ ਥੈਂਕਸ एवरीवन ਫॉर ਜੁਆਇਨਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।